ਜਿਹੜੇ ਸਿੱਖ ਕਾਲਜੀਏਟ ਫੈਡਰੇਸ਼ਨ ਦਾ ਜਿਹੜਾ ਤੁਹਾਡੀ ਬੇਸਿਕਲੀ ਇੱਕ ਗੈਟ ਟੂਗੈਦਰ ਸੀਗੀ, ਜਿਹੜੇ ਸੈਮੀਨਾਰਸ ਵਗੈਰਾ ਹੋਏ ਆ, ਕਿੱਦਾਂ ਦਾ ਰਿਸਪੌਂਸ ਰਿਹਾ, ਕਿਵੇਂ ਦੇ ਜਿਹੜਾ ਓਵਰਆਲ ਉਹ ਹੋ ਰਿਹਾ? ਇੱਕ ਕਲੀਜੀਏਟ ਫੈਡਰੇਸ਼ਨ ਸਾਡਾ ਇਹ ਕਾਲਜ ਕਲੱਬ ਆ ਸਾਡਾ ਜਕਾਰਾ ਬ੍ਰਾਂਚ ਦਾ। ਉੱਥੇ ਅਸੀਂ ਹਰੇਕ ਸਾਲ ਇੱਕ ਰਿਟਰੀਟ ਕਰਦੇ ਹਾਂ। ਉੱਥੇ ਸਮਰ ਦੇ ਵਿੱਚ ਹੀ ਹੁੰਦਾ ਨਾਰਮਲੀ। ਉਹ ਆਪਣੇ ਜਿਹੜਾ ਇਹਨਾਂ ਦਾ ਸਮੈਸਟਰ ਜਾਂ ਕੁਆਰਟਰ ਜਦੋਂ ਸ਼ੁਰੂ ਹੁੰਦਾ ਉਸ ਤੋਂ ਪਹਿਲਾਂ ਇੱਕ ਵਾਰੀ ਸਾਰਿਆਂ ਨੂੰ ਇਕੱਠੇ ਲਿਆ ਕੇ ਇੱਕ ਵਾਰੀ ਚੰਗੀ ਤਰ੍ਹਾਂ ਸੋਚ ਲਈਏ ਪਈ ਵਾਟ ਇਜ਼ ਦ ਪਲਾਨ ਫॉर ਦ ਅਪਕਮਿੰਗ ਈਅਰ। ਅੱਜ ਕੀ ਵਾਪਰਿਆ ਸਾਡੇ ਨਾਲ ਤੇ ਕੀ ਕੁਝ ਕਰਨਾ ਚਾਹੀਦਾ ਕਾਲਜ ਕੈਂਪਸਿਸ ਦੇ ਉੱਤੇ ਇਦਾਂ ਪਈ ਆਪਣੀ ਸਿੱਖ ਕਮਿਊਨਿਟੀ ਲਈ, ਪੰਜਾਬੀ ਕਮਿਊਨਿਟੀ ਲਈ। ਸੋ ਰਿਸਪੌਂਸ ਬਹੁਤ ਵਧੀਆ ਰਿਹਾ। ਬੱਚੇ ਬਹੁਤ ਆਪਣੇ ਐਕਸਾਈਟਿਡ ਆ। ਪਲੈਨਿੰਗ ਕਰ ਲਈ ਉਹਨਾਂ ਨੇ ਤੇ ਹੁਣ ਆਪਣਾ ਪੂਰਾ ਸਾਲ ਦਾ ਪਲਾਨ ਉਹਨਾਂ ਦਾ ਹੁਣ ਦੇਖੀਏ ਵੀ ਕਿੱਦਾਂ ਚੱਲਦਾ। ਕੀ ਆਈਡੀਆ ਸ਼ੇਅਰ ਹੋਏ? ਆਪਣਾ ਜਿਹੜਾ ਇੱਥੇ ਹੁਣ ਫਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਵਿੱਚ ਉੱਥੇ ਇੱਕ ਗਾਂਧੀ ਦਾ ਸਟੈਚੂ ਲੱਗਿਆ ਹੋਇਆ ਆ। ਸੋ ਉਸ ਦੇ ਆਲਮੋਸਟ 3 ਸਾਲ ਪਹਿਲਾਂ ਦੀ ਗੱਲ ਆ। ਗੱਲ ਚੱਲਦੀ ਆਈ ਆ ਪਈ ਅਸੀਂ ਉਹ ਸਟੈਚੂ ਨੂੰ ਰਿਮੂਵ ਕਰਨਾ ਚਾਹੁੰਦੇ ਹਾਂ। ਨਾਟ ਅਸੀਂ ਭਈ ਸਿਰਫ ਜਕਾਰਾ ਮੂਵਮੈਂਟ, ਬਾਕੀ ਜਿੱਥੇ ਵੀ ਸਿੱਖ ਸਟੂਡੈਂਟ ਐਸੋਸੀਏਸ਼ਨ ਵੀ ਹੈਗਾ, SSA ਗੁਰਬਾਣੀ ਕਲੱਬ ਵੀ ਹੈਗੀ, ਸਿੱਖ ਕਲੀਜੀਏਟ ਫੈਡਰੇਸ਼ਨ ਹੈ, ਜਿੰਨੇ ਵੀ ਉੱਥੇ ਸਿੱਖ ਜਾਂਦੇ ਆ। 3-4 ਸਾਲ ਦੇ ਹੋ ਗਏ ਨਾ, ਗੱਲ ਚੱਲਦੀ ਰਹੀ ਹੈ ਸਕੂਲ ਦੇ ਨਾਲ। ਉਹ ਉਸ ਗੱਲ ਤੇ ਹਾਲ ਤੱਕ ਸਹਿਮਤ ਨਹੀਂ ਹੈਗੇ ਭਈ ਰਿਮੂਵ ਕਰ ਦੇਣਾ ਸਟੈਚੂ, ਪਰ ਉਹ ਇੱਥੇ ਤੱਕ ਕਹਿ ਚੁੱਕੇ ਭਈ ਆਪਾਂ ਜੇ ਤੁਸੀਂ ਇਕੱਠੇ ਹੋ ਕੇ ਇੱਦਾਂ ਚਾਹੁੰਦੇ ਪਏ ਉਹ ਸਟੈਚੂ ਦੇ ਗਾਰਡਨ ਦੇ ਵਿੱਚ ਜੇ ਤੁਸੀਂ ਉੱਥੇ ਆਪ ਦਾ ਕੁਝ ਐਡ ਕਰਨਾ ਚਾਹੁੰਦੇ ਆ ਉਹ ਅਸੀਂ ਐਡ ਕਰ ਸਕਦੇ ਤੁਹਾਡਾ, ਪਰ ਅਸੀਂ ਕੱਢਣਾ ਨਹੀਂ ਇਹਦਾ। ਜਿੱਦਾਂ ਮਤਲਬ ਇੱਥੇ ਆ ਗੱਲ ਪਹੁੰਚੀ ਇੱਥੇ ਤੱਕ। ਅੱਛਾ, ਸਾਡਾ ਤਾਂ ਅੰਦਰੋਂ ਇਦਾਂ ਵੀ ਆਪਾਂ ਇਹਨੂੰ ਰਿਮੂਵ ਕਰਨਾ ਹੀ ਚਾਹੁੰਦੇ ਹਾਂ। ਸੋ ਬੱਚਿਆਂ ਨੇ ਇਕੱਠੇ ਹੋ ਕੇ ਇਹ ਉਪਰਾਲਾ ਇਹ ਪ੍ਰੈਜ਼ੈਂਟ ਕੀਤਾ ਭਈ ਉੱਥੇ ਅਸੀਂ ਕਿਸ ਤਰ੍ਹਾਂ ਦੀ ਆਪਣੀ ਕੋਈ ਸਟੈਚੂ ਕਿਸੇ ਬੰਦੇ ਦਾ ਸਨਮਾਨਿਤ ਕਰੀਏ, ਕਿਸੇ ਕੋਈ ਬੀਬੀ ਦਾ ਆਪਣੇ ਕਮਿਊਨਿਟੀ ਦੇ ਵਿੱਚ। ਸੋ ਉਹਦੀ ਬ੍ਰੇਨਸਟੋਰਮਿੰਗ ਚੱਲਦੀ ਸੀਗੀ। ਇਹਦੇ ਵਿੱਚ ਸੇ ਕਿਹਦੀ ਹੋਣੀ ਆ? ਪੂਰੀ ਕਮਿਊਨਿਟੀ ਦੀ ਸੇ ਆ ਜਾਂ ਇਕੱਲੇ ਜਿਹੜੇ ਉੱਥੇ ਦੇ ਕਾਲਜ ਦੇ ਵਿੱਚ ਨਾਲ ਜੁੜੇ ਹੋਏ ਆ ਉਹਨਾਂ ਦਾ? ਜਿਹੜੇ ਕਾਲਜ ਨਾਲ ਜੁੜੇ ਆ ਉਹਨਾਂ ਦੀ ਸੇ ਆ। SP 509 ਨੂੰ ਲੈ ਕੇ ਜਿਹੜਾ ਦਿਨ ਆ ਬਹੁਤ ਨਜ਼ਦੀਕ ਆ ਰਿਹਾ ਹੈ। 12 ਅਕਤੂਬਰ ਨੂੰ ਉਦੋਂ ਤੱਕ ਗਵਰਨਰ ਨਿਊਸਮ ਨੇ ਜਿਹੜਾ ਉਹ ਦੱਸਣਾ ਆ। ਸੋ ਇਹ ਜਦੋਂ ਹੁਣੇ ਨੌਜਵਾਨ ਇਕੱਠੇ ਹੋਏ ਸੀ, ਸੋ ਸਾਈਨ ਵਗੈਰਾ ਹੋਏ, ਕਿੱਦਾਂ ਹੋਇਆ, ਕੀ ਉਪਰਾਲਾ ਜਿਹੜਾ ਹੁਣ ਨੌਜਵਾਨਾਂ ਵੱਲੋਂ ਕੀ ਉਪਰਾਲਾ ਹੋ ਰਿਹਾ ਹੈ? ਸੋ ਆਪਣਾ ਉਹ ਜਿਹੜਾ ਫਰਾਈਡੇ, ਸੈਟਰਡੇ, ਸੰਡੇ ਸੀਗਾ ਕਾਨਫਰੰਸ 3 ਦਿਨਾਂ ਦਾ। ਸੋ ਜਿਹੜਾ 30 ਦਿਨ ਸੀਗਾ ਲਾਸਟ ਡੇ, ਉਸ ਦਿਨ ਫਿਰ ਨੌਜਵਾਨਾਂ ਨੂੰ ਆਪਾਂ 3 ਗੁਰਦੁਆਰੇ ਆਪਣੇ ਜਿਹੜੇ ਇੱਥੇ ਫਰੈਜ਼ਨੋ ਵਿੱਚ ਆ, ਅਸੀਂ ਉਹਨਾਂ ਨੂੰ ਇਕੱਠੇ ਲੈ ਕੇ ਉੱਥੇ ਫਿਰ ਗੁਰਦੁਆਰੇ 'ਚ ਜਾ ਕੇ ਅਸੀਂ ਟੇਬਲਿੰਗ ਕੀਤੀ। ਉਹਨਾਂ ਨੂੰ ਤੋਂ ਵੀ ਜਿੱਦਾਂ ਸਾਈਨ ਕਰਾਏ ਸੀ ਜਿਨ੍ਹਾਂ ਨੇ ਨਹੀਂ ਕੀਤੇ ਸੀਗੇ, ਅਤੇ ਗਾਂ ਵੀ ਆਪਣੀ ਫੈਮਲੀਆਂ ਤੋਂ ਵੀ ਜਿੰਨੇ ਵੀ ਉਹ ਜਾਣਦੇ ਫੈਮਲੀ ਮੈਂਬਰਸ ਉਹਨਾਂ ਤੋਂ ਵੀ ਪੜ੍ਹਾਏ ਸੀਗੇ, ਭਰੇ ਸੀਗੇ ਜਿਹੜੇ ਪਟੀਸ਼ਨ ਸੀਗੇ। ਅਤੇ ਆਪਣੇ ਉਹ ਹੁਣ ਜਿਹੜਾ ਅਗਲਾ ਵੀ ਜਿਹੜਾ ਹੁਣ ਆਉਣਾ ਆ ਵੀਕਐਂਡ ਵੀ, ਇਸ ਵੀਕਐਂਡ 'ਤੇ ਵੀ ਜਿੰਨੇ ਗੁਰਦੁਆਰੇ ਤੱਕ ਅਸੀਂ ਪਹੁੰਚ ਸਕਦੇ ਹਾਂ। ਵੈਸਟ ਏਰੀਆ ਪਲਾਨ ਇੱਕ ਜਿਹੜਾ ਉਹ ਚੱਲ ਰਿਹਾ ਫਰੈਜ਼ਨੋ ਸਿਟੀ ਕਾਉਂਸਲ ਦੇ ਵਿੱਚ ਉਹ ਪੇਸ਼ ਹੋਇਆ। ਸੋ ਪਹਿਲਾਂ ਤਾਂ ਇਹ ਦੱਸੋ ਵੀ ਕੀ ਹੈ ਵੈਸਟ ਏਰੀਆ ਪਲਾਨ, ਤੇ ਆਪਣੀ ਕਮਿਊਨਿਟੀ ਦੇ ਨਾਲ ਇਹ ਪਲਾਨ ਕਿਉਂ ਜੁੜਿਆ ਆ, ਕਿਉਂ ਇੰਪੋਰਟੈਂਟ? ਜੇ ਤਾਂ ਹੁਣ ਤੁਸੀਂ ਫਰੈਜ਼ਨੋ 'ਚ ਰਹਿੰਦੇ ਆ, ਲਾਈਕ ਆਪਣੇ ਜਿਹੜੇ ਉੱਥੇ ਆ ਜਿੱਥੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ ਪਾਰਕ ਆ, ਸਕੂਲ ਵੀ ਉਸ ਏਰੀਆ 'ਚ ਆਉਂਦਾ ਆ। ਉਸ ਏਰੀਆ ਦੇ ਵਿੱਚ ਇੱਕ ਹੁਣ ਇਹ ਸਿਟੀ ਨੇ ਪ੍ਰਪੋਜ਼ ਕੀਤਾ ਪਲਾਨ, ਇੱਕ ਵੈਸਟ ਏਰੀਆ ਪਲਾਨ ਉਹਨੂੰ ਸੱਦਦੇ ਆ। ਠੀਕ ਹੈ। ਅਤੇ ਨਾ ਉਹਦੇ ਨਾਲ ਮਤਲਬ ਦੇ ਵਿਲ ਪੁਸ਼ ਭਈ ਥੋੜ੍ਹੀ ਜਿਹੀ ਸਿਟੀ ਦੀ ਫੰਡਿੰਗ ਉੱਧਰ ਵੀ ਪੁਸ਼ ਕਰੂਗੇ। ਅਸੀਂ ਅਕਤੂਬਰ 19 ਤਰੀਕ ਨੂੰ ਅਸੀਂ ਆਪਾਂ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਜਿਹੜਾ 99 ਇਨ ਕਲੋਵਿਸ ਦੇ ਵਿੱਚ ਜਿਹੜਾ ਫੈਵਲਰ ਸ਼ਹਿਰ ਦੇ ਵਿੱਚ ਪੈਂਦਾ ਹੈ, ਉੱਥੇ ਸੰਡੇ ਐਤਵਾਰ ਨੂੰ ਅਕਤੂਬਰ 19 ਤਰੀਕ ਨੂੰ ਅਸੀਂ ਇੱਕ ਹੱਥਕੜੀਆਂ ਕਰਾ ਰਹੇ ਹਾਂ। ਅਤੇ ਜੇ ਤੁਸੀਂ ਉੱਥੇ ਆਉਣਾ ਚਾਹੁੰਦੇ ਆ, ਕਿਸੇ ਚੀਜ਼ ਦੀ ਤੁਹਾਨੂੰ ਲੋੜ ਆ, ਔਨ ਸਾਈਟ ਮੈਡੀਕਲ ਪ੍ਰੋਫੈਸ਼ਨਲ ਹੋਊਗੇ, ਬਲੱਡ ਪ੍ਰੈਸ਼ਰ ਚੈੱਕ ਕਰਨਾ ਹੋਵੇ, ਸਿੰਪਲ ਚੈੱਕਅਪ ਤੁਸੀਂ ਕਰਨਾ ਚਾਹੁੰਦੇ ਤੁਸੀਂ ਜ਼ਰੂਰ ਆਇਓ। ਇਹ ਕਿਉਂਕਿ ਰਾਈਟ ਨਾਓ ਜਿਹੜੇ ਲੋਕੀ ਸਪੈਸ਼ਲੀ ਸ਼ਾਇਦ ਉਹ ਡਾਕਟਰ ਚੈੱਕਅਪ 'ਤੇ ਵੀ ਨਹੀਂ ਜਾਣਾ ਚਾਹੁੰਦੇ ਹੋਗੇ ਬਿਕਾਜ਼ ਮੇ ਬੀ ਉਹ ਆਪਣੇ ਇਮੀਗ੍ਰੇਸ਼ਨ ਸਟੇਟਸ ਬਾਰੇ ਉਹ ਡਰਦੇ ਹੋਗੇ, ਤੁਸੀਂ ਉੱਥੇ ਜ਼ਰੂਰ ਗੁਰਦੁਆਰੇ ਸਾਹਿਬ ਆ ਸਕਦੇ ਹਾਂ, ਅਸੀਂ ਤੁਹਾਡੀ ਮਦਦ ਕਰਾਂਗੇ। SHSS ਮੀਟਿੰਗ ਹਾਂਜੀ ਉਹ ਆ ਰਹੀਆਂ ਨੇ। ਸੋ SHSS ਆਪਣਾ ਸਿੱਖ ਔਨਰ ਸਰਵਿਸ ਸੁਸਾਇਟੀ, ਇਹ ਆਪਣਾ ਹਾਈ ਸਕੂਲ ਸਟੂਡੈਂਟਸ ਦਾ ਜਿਹੜਾ ਕਲੱਬ ਆ ਆਪਣੇ ਪੂਰੇ ਕੈਲੀਫੋਰਨੀਆ ਦੇ ਵਿੱਚ। ਹੁਣ ਸ਼ੁਰੂਆਤ ਹੋ ਗਈ ਹੈ ਕਲੱਬਾਂ ਦੀ ਕਿਉਂਕਿ ਹੁਣ ਸਕੂਲ ਸ਼ੁਰੂ ਹੋ ਗਿਆ। ਸੋ ਜੇ ਤੁਹਾਡੇ ਕੋਲ ਕੋਈ ਹਾਈ ਸਕੂਲ ਏਜ ਦਾ ਜਿਹੜਾ ਜੇ ਬੱਚਾ ਜਾਂ ਬੱਚੀ ਹੋਵੇ, ਉਹਨਾਂ ਨੂੰ ਤੁਸੀਂ ਜਾ ਕੇ ਸਵੇਰੇ ਉੱਥੇ ਛੱਡ ਦਿਓ 10 ਵਜੇ। ਠੀਕ ਹੈ। ਹਾਂਜੀ 10 ਵਜੇ ਉਹ ਫਿਰ ਬੱਚਿਆਂ ਦੇ ਨਾਲ ਮਿਲ ਕੇ ਜਿਹੜਾ ਲੰਗਰ ਦੇ ਵਿੱਚ ਐਗਜ਼ੈਕਟਲੀ ਹਾਂਜੀ ਲੰਗਰ ਵਿੱਚ ਸੇਵਾ ਕਰਨਗੇ ਐਂਡ ਉਹ ਗੁਰਦੁਆਰੇ ਦੀ ਨਾ ਸਫਾਈ ਵੀ ਜਿੰਨੀ ਵੀ ਕਰ ਸਕਦੇ। ਹਾਂਜੀ ਹਾਂਜੀ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਅੱਜ ਦੇ ਦਾ ਜਕਾਰਾ ਸ਼ੋਅ ਦੇ ਵਿੱਚ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਜਕਾਰਾ ਮੂਵਮੈਂਟ ਤੋਂ ਸਿਮਰਨਜੀਤ ਸਿੰਘ। ਸਿਮਰਨ ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਖ-ਵੱਖ ਟੌਪਿਕਸ ਦੇ ਉੱਤੇ ਗੱਲਬਾਤ ਜਿਹੜੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਕੀ ਕੁਛ ਜੋ ਜਕਾਰਾ ਮੂਵਮੈਂਟ ਵਾਲੇ ਕਰ ਰਹੇ ਆ ਕਮਿਊਨਿਟੀ ਦੇ ਨਾਲ, ਜਾਂ ਉਹਨਾਂ ਦੇ ਲਈ ਜਿਹੜੇ ਕੋਈ ਪ੍ਰੋਗਰਾਮ ਲਿਆਂਦੇ ਜਾ ਰਹੇ ਆ ਜਿਸ ਦਾ ਕੋਈ ਫਾਇਦਾ ਹੁੰਦਾ ਆ, ਉਹਦੇ ਬਾਰੇ ਜਿਹੜੀ ਉਹ ਆਪਾਂ ਚਰਚਾ ਇਹਨਾਂ ਦੇ ਨਾਲ ਜਿਹੜੀ ਉਹ ਕਰਦੇ ਹਾਂ।
ਸੋ ਸਿਮਰਨ, ਸਭ ਤੋਂ ਪਹਿਲੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਜਿਹੜੇ ਸਿੱਖ ਕਾਲਜੀਏਟ ਫੈਡਰੇਸ਼ਨ ਦਾ ਜਿਹੜਾ ਤੁਹਾਡੀ ਬੇਸਿਕਲੀ ਇੱਕ ਗੈਟ ਟੂਗੈਦਰ ਸੀਗੀ, ਜਿਹੜੇ ਸੈਮੀਨਾਰਸ ਵਗੈਰਾ ਹੋਏ ਆ, ਹਾਂਜੀ, ਕਿੱਦਾਂ ਦਾ ਰਿਸਪੌਂਸ ਰਿਹਾ? ਕਿਵੇਂ ਦੇ ਜਿਹੜਾ ਓਵਰਆਲ ਉਹ ਹੋ ਰਿਹਾ? ਬਹੁਤ ਵਧੀਆ ਰਿਹਾ ਜੀ। ਆਪਣੇ ਪਿਛਲੇ ਹਫਤੇ ਸਾਰੇ ਇਕੱਠੇ ਹੋਏ ਸੀਗੇ। ਕੋਈ ਆਪਣੇ ਸਟੂਡੈਂਟ ਆਏ ਸੀਗੇ UCLA ਤੋਂ, UC ਰਿਵਰਸਾਈਡ, ਸਟੈਨਿਸਲਾਸ ਸਟੇਟ ਯੂਨੀਵਰਸਿਟੀ, ਫਰੈਜ਼ਨੋ ਸਟੇਟ ਯੂਨੀਵਰਸਿਟੀ, UC ਡੇਵਿਸ, UC ਬਰਕਲੀ, ਸੈਨ ਹੋਜ਼ੇ ਸਟੇਟ, ਇੱਦਾਂ ਹੋਰ ਵੀ ਕੋਈ ਕਾਲਜਸ ਨੇ ਆਪਣੇ ਜਿਹੜੇ ਬੱਚੇ ਨੇ ਉੱਥੇ ਜੁੜੇ ਹੋਏ। ਸਿੱਖ ਕਲੀਜੀਏਟ ਫੈਡਰੇਸ਼ਨ ਸਾਡਾ ਇਹ ਕਾਲਜ ਕਲੱਬ ਆ ਸਾਡਾ ਜਕਾਰਾ ਬ੍ਰਾਂਚ ਦਾ। ਸੋ ਉੱਥੇ ਅਸੀਂ ਹਰੇਕ ਸਾਲ ਇੱਕ ਰਿਟਰੀਟ ਕਰਦੇ ਹਾਂ। ਉੱਥੇ ਸਮਰ ਦੇ ਵਿੱਚ ਹੀ ਹੁੰਦਾ ਨੋਰਮਲੀ। ਉਹ ਆਪਣੇ ਜਿਹੜਾ ਇਹਨਾਂ ਦਾ ਸਮੈਸਟਰ ਜਾਂ ਕੁਆਰਟਰ ਜਦੋਂ ਸ਼ੁਰੂ ਹੁੰਦਾ ਉਸ ਤੋਂ ਪਹਿਲਾਂ ਇੱਕ ਵਾਰੀ ਸਾਰਿਆਂ ਨੂੰ ਇਕੱਠੇ ਲਿਆ ਕੇ ਇੱਕ ਵਾਰੀ ਚੰਗੀ ਤਰ੍ਹਾਂ ਸੋਚ ਲਈਏ ਭਈ ਵਾਟ ਇਜ਼ ਦ ਪਲਾਨ ਫॉर ਦ ਅਪਕਮਿੰਗ ਈਅਰ। ਅੱਜ ਕੀ ਵਾਪਰਿਆ ਸਾਡੇ ਨਾਲ ਅਤੇ ਕੀ ਕੁਛ ਕਰਨਾ ਚਾਹੀਦਾ ਕਾਲਜ ਕੈਂਪਸਿਸ ਦੇ ਉੱਤੇ, ਇੱਦਾਂ ਭਈ ਆਪਣੀ ਸਿੱਖ ਕਮਿਊਨਿਟੀ ਲਈ, ਪੰਜਾਬੀ ਕਮਿਊਨਿਟੀ ਲਈ। ਸੋ ਰਿਸਪੌਂਸ ਬਹੁਤ ਵਧੀਆ ਰਿਹਾ। ਬੱਚੇ ਬਹੁਤ ਆਪਣੇ ਐਕਸਾਈਟਿਡ ਆ। ਪਲੈਨਿੰਗ ਕਰ ਲਈ ਉਹਨਾਂ ਨੇ ਅਤੇ ਹੁਣ ਆਪਣਾ ਪੂਰਾ ਸਾਲ ਦਾ ਪਲਾਨ ਉਹਨਾਂ ਦਾ ਹੁਣ ਦੇਖੇ ਭਈ ਕਿੱਦਾਂ ਚੱਲਦਾ। ਕੀ ਸੋਚਿਆ ਕੀ ਕਰਨਾ ਹੈ? ਸੋ ਕੀ ਆਈਡੀਆ ਸ਼ੇਅਰ ਹੋਏ? ਆਈ ਕੈਨ ਗਿਵ ਮੈਂ ਇੱਕ ਬਹੁਤ ਵਧੀਆ ਐਗਜ਼ਾਮਪਲ ਤੁਹਾਨੂੰ ਦਵਾ ਸਕਦਾ। ਆਪਣਾ ਜਿਹੜਾ ਇੱਥੇ ਹੁਣ ਫਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਵਿੱਚ ਉੱਥੇ ਇੱਕ ਗਾਂਧੀ ਦਾ ਸਟੈਚੂ ਲੱਗਿਆ ਹੋਇਆ ਆ। ਸੋ ਉਸ ਦੇ ਲਾਸਟ ਈਅਰ ਤੋਂ ਵੀ ਪਹਿਲਾਂ ਲਾਈਕ ਆਲਮੋਸਟ 3 ਸਾਲ ਪਹਿਲਾਂ ਦੀ ਗੱਲ ਆ। ਗੱਲ ਚੱਲਦੀ ਆਈ ਆ ਭਈ ਅਸੀਂ ਉਹ ਸਟੈਚੂ ਨੂੰ ਰਿਮੂਵ ਕਰਨਾ ਚਾਹੁੰਦੇ ਹਾਂ। ਨਾਟ ਅਸੀਂ ਭਈ ਸਿਰਫ ਜਕਾਰਾ ਮੂਵਮੈਂਟ, ਬਾਕੀ ਜਿੱਥੇ ਵੀ ਸਿੱਖ ਸਟੂਡੈਂਟ ਐਸੋਸੀਏਸ਼ਨ ਵੀ ਹੈਗਾ, SSA, ਗੁਰਬਾਣੀ ਕਲੱਬ ਵੀ ਹੈਗੀ, ਸਿੱਖ ਕਲੀਜੀਏਟ ਫੈਡਰੇਸ਼ਨ ਹੈ, ਜਿੰਨੇ ਵੀ ਉੱਥੇ ਸਿੱਖ ਜਾਂਦੇ ਆ। ਅਤੇ ਨਾਲ ਹੋਰ ਵੀ ਆਪਣੇ ਉੱਥੇ ਅਫਰੀਕਨ ਅਮੈਰੀਕਨ ਸੰਸਥਾਵਾਂ ਨੇ ਜਿਹੜੇ ਉਹ ਵੀ ਚਾਹੁੰਦੀਆਂ ਰਿਮੂਵ ਕਰਨਾ। ਸੋ 3-4 ਸਾਲ ਦੇ ਹੋ ਗਏ ਨਾ, ਗੱਲ ਚੱਲਦੀ ਰਹੀ ਹੈ ਸਕੂਲ ਦੇ ਨਾਲ। ਅਤੇ ਉਹ ਉਸ ਗੱਲ 'ਤੇ ਹਾਲੇ ਤੱਕ ਸਹਿਮਤ ਨਹੀਂ ਹੈਗੇ ਭਈ ਰਿਮੂਵ ਕਰ ਦੇਣਾ ਸਟੈਚੂ। ਪਰ ਉਹ ਇੱਥੇ ਤੱਕ ਕਹਿ ਚੁੱਕੇ ਭਈ ਆਪਾਂ ਜੇ ਤੁਸੀਂ ਇਕੱਠੇ ਹੋ ਕੇ ਇੱਦਾਂ ਚਾਹੁੰਦੇ ਪਏ ਉਹ ਸਟੈਚੂ ਦੇ ਗਾਰਡਨ ਦੇ ਵਿੱਚ ਜਿੱਦਾਂ ਜੇ ਤੁਸੀਂ ਪੀਸ ਗਾਰਡਨ ਫਰੈਜ਼ਨੋ ਸਟੇਟ ਵਿੱਚ ਕਹਿੰਦੇ, ਜੇ ਤੁਸੀਂ ਉੱਥੇ ਆਪ ਦਾ ਕੁਛ ਐਡ ਕਰਨਾ ਚਾਹੁੰਦੇ ਆ ਉਹ ਅਸੀਂ ਐਡ ਕਰ ਸਕਦੇ ਤੁਹਾਡਾ, ਪਰ ਅਸੀਂ ਕੱਢਣਾ ਨਹੀਂ ਇਹਦਾ। ਜਿੱਦਾਂ ਮਤਲਬ ਇੱਥੇ ਆ ਗੱਲ ਪਹੁੰਚੀ ਇੱਥੇ ਤੱਕ। ਅੱਛਾ, ਸਾਡਾ ਤਾਂ ਅੰਦਰੋਂ ਇੱਦਾਂ ਵੀ ਆਪਾਂ ਇਹਨੂੰ ਰਿਮੂਵ ਕਰਨਾ ਹੀ ਚਾਹੁੰਦੇ ਹਾਂ। ਪਰ ਜੇ ਹੁਣ ਮੌਕਾ ਇੱਦਾਂ ਦਾ ਵੀ ਹੈਗਾ ਵੀ ਅਸੀਂ ਆਪਣਾ ਦਾ ਵੀ ਕੋਈ ਇੱਥੇ ਰੱਖ ਸਕਦੇ ਹਾਂ, ਫਿਰ ਅਸੀਂ ਉਹਦਾ ਵੀ ਐਡਵਾਂਟੇਜ ਲੈਣਾ ਚਾਹੁੰਦੇ। ਸੋ ਬੱਚਿਆਂ ਨੇ ਇਕੱਠੇ ਹੋ ਕੇ ਇਹ ਉਪਰਾਲਾ ਪ੍ਰੈਜ਼ੈਂਟ ਕੀਤਾ ਭਈ ਉੱਥੇ ਅਸੀਂ ਕਿਸ ਤਰ੍ਹਾਂ ਦੀ ਆਪਣੀ ਕੋਈ ਸਟੈਚੂ ਕਿਸੇ ਬੰਦੇ ਦਾ ਸਨਮਾਨਿਤ ਕਰੀਏ, ਕਿਸੇ ਕੋਈ ਬੀਬੀ ਦਾ ਆਪਣੇ ਕਮਿਊਨਿਟੀ ਦੇ ਵਿੱਚ। ਸੋ ਉਹਦੀ ਬ੍ਰੇਨਸਟੋਰਮਿੰਗ ਚੱਲਦੀ ਸੀਗੀ ਵੀ ਅਸੀਂ ਕਿਸ ਟਾਈਪ ਦਾ ਜਿੱਦਾਂ ਉੱਥੇ ਸਟੈਚੂ ਜਾਂ ਲਾਈਕ ਕੋਈ ਐਨੀ ਲਾਈਕ ਮੇਬੀ ਲਾਈਕ ਪਿਲਰਸ ਔਰ ਸਮਥਿੰਗ, ਕੁਝ ਜਿੱਦਾਂ ਪਲੈਕ ਵਗੈਰਾ ਸਿੱਖ ਕਮਿਊਨਿਟੀ, ਪੰਜਾਬੀ ਕਮਿਊਨਿਟੀ ਲਈ ਵੀ ਉੱਥੇ ਲਾ ਸਕਦੇ ਹਾਂ। ਸੋ ਨਾਲ ਦੀ ਨਾਲ ਮਤਲਬ ਉਹਦਾ ਵੀ ਨਾਲ ਚੱਲ ਕੇ ਰੱਖਣਾ ਭਈ ਇਹਨੂੰ ਰਿਮੂਵ ਹੀ ਕਰਨਾ ਇੱਕ ਦਿਨ, ਪਰ ਜੇ ਤਾਂ ਹੁਣ ਇਹ ਥੋੜ੍ਹਾ ਜਿਹਾ ਮੌਕਾ ਮਿਲਦਾ ਵਿੱਚ ਕੁਛ ਐਡ ਕਰਨ ਦਾ ਆਪਣੇ ਵੱਲੋਂ ਅਤੇ ਉਹਦਾ ਵੀ ਜ਼ਰੂਰ ਅਸੀਂ ਫਾਇਦਾ। ਕੀ ਬ੍ਰੇਨਸਟੋਰਮਿੰਗ? ਸੋ ਬ੍ਰੇਨਸਟੋਰਮਿੰਗ ਸੀ ਇੱਕ ਤਾਂ ਸੀਗੇ ਜੇ ਆਪਣਾ ਉਹ 5 ਪਿਲਰ ਸਟੈਚੂ ਲਾਈਕ ਨਾ, ਪਿਲਰ ਨਹੀਂ ਹੁੰਦੇ ਆਪਣੇ ਜਿਹੜੇ ਪੰਜਾਬੀ 'ਚ ਮੈਨੂੰ ਪਤਾ ਨਹੀਂ ਕੀ ਕਹਿੰਦੇ, ਪਿਲਰ ਹੁੰਦੇ ਆ। ਹਾਂਜੀ, 5 ਥੰਮ ਵੱਡੇ ਜਿਹੇ ਲਾਉਣੇ ਅਤੇ ਉਹਨਾਂ ਦੇ ਸਾਹਮਣੇ ਭਈ 5 ਜਿਹੜਾ ਨੰਬਰ ਹੈਗਾ ਸਾਡੇ ਸਿੱਖ ਕਮਿਊਨਿਟੀ ਲਈ ਬਹੁਤ ਭਾਰਾ ਨੰਬਰ ਆ। 5 ਪਿਆਰੇ ਹੋ ਗਏ, 5 ਤਖਤ ਹੋ ਗਏ। ਹਾਂਜੀ, ਸੋ ਨਾ ਉਹਦਾ ਨਾ ਇੱਕ ਸਿੰਬੋਲੋਜੀ ਲਾਈਕ ਸਿੰਬਲਿਜ਼ਮ ਜਿਹਾ, ਬਿਲਕੁਲ ਜੀ। ਸੋ ਉਹਦਾ ਵੀ ਅਤੇ ਨਾਲੇ ਭਾਈ ਜਸਵੰਤ ਸਿੰਘ ਖਾਲੜੇ ਦਾ ਵੀ ਜੇ ਉੱਥੇ ਲਵਾਇਆ ਗਿਆ ਜਾਊਗਾ ਫਿਰ ਉਹ ਵੀ। ਸੋ ਉਹ ਕੋਸ਼ਿਸ਼ ਆ। ਹਾਂਜੀ। ਸੋ ਬ੍ਰੇਨਸਟੋਰਮਿੰਗ ਅਜੇ ਤਾਂ ਮਤਲਬ ਕੀ ਕੋਈ ਹੋਰ ਸੰਸਥਾ ਜਾਂ ਇਹਦੇ ਵਿੱਚ ਸੇ ਕਿਹਦੀ ਹੋਣੀ ਆ? ਪੂਰੀ ਕਮਿਊਨਿਟੀ ਦੀ ਸੇ ਆ ਜਾਂ ਇਕੱਲੇ ਜਿਹੜੇ ਉੱਥੇ ਦੇ ਕਾਲਜ ਦੇ ਵਿੱਚ ਨਾਲ ਜੁੜੇ ਹੋਏ ਆ ਉਹਨਾਂ ਦਾ? ਜਿਹੜੇ ਕਾਲਜ ਨਾਲ ਜੁੜੇ ਆ ਉਹਨਾਂ ਦੀ ਸੇ ਆ। ਅੱਛਾ, ਹਾਂਜੀ। ਸੋ ਜਿਹੜੀਆਂ ਆਰਗੇਨਾਈਜੇਸ਼ਨਾਂ ਉੱਥੇ ਆ ਜਾਂ ਜਿਹੜੇ ਕਲੱਬ ਉੱਥੇ ਆ ਜਾਂ ਜਿਹੜੇ ਬੱਚੇ ਉੱਥੇ ਪੜ੍ਹਦੇ ਆ, ਹਾਂਜੀ ਜਾਂ ਉੱਥੇ ਹੈਗੇ ਨੇ ਪੜ੍ਹਾਉਣ ਵਾਲੇ ਆ, ਐਗਜ਼ੈਕਟਲੀ। ਹਾਂਜੀ, ਪ੍ਰੋਫੈਸਰਸ ਹੋਣ ਜਾਂ ਇੱਦਾਂ ਕੁਛ ਨਾ ਕੁਛ ਲਿੰਕ ਚਾਹੀਦਾ ਤੁਹਾਡਾ ਯੂਨੀਵਰਸਿਟੀ ਦੇ ਨਾਲ, ਫਰੈਜ਼ਨੋ ਸਟੇਟ ਯੂਨੀਵਰਸਿਟੀ। ਸੋ ਉੱਥੇ ਇਹ ਗੱਲ ਦਾ ਕਦੋਂ ਕੁ ਪਤਾ ਲੱਗਾ ਵੀ ਇਹ ਇਸ ਚੀਜ਼ ਦੇ ਲਈ ਮੰਨ ਰਹੇ? ਇਹ ਆਪਣੇ ਹੁਣ ਆਈ ਥਿੰਕ ਹੁਣ 6 ਮਹੀਨੇ ਹੋ ਗਏ ਆ। ਪਿਛਲੇ 2 ਹਫ਼ਤੇ ਪਹਿਲਾਂ ਇੱਕ ਮੀਟਿੰਗ ਹੋਈ ਸੀਗੀ ਅਤੇ ਮੀਟਿੰਗ ਵਿੱਚ ਗੱਲਾਂ ਚੱਲਦੀਆਂ ਸੀ। ਹੁਣ 15 ਤਰੀਕ ਨੂੰ ਇੱਕ ਹੋਰ ਮੀਟਿੰਗ ਹੋਣੀ ਆ ਅਤੇ ਉਸ ਮੀਟਿੰਗ ਦੇ ਵਿੱਚ ਆਪਣੇ ਜਿਹੜੇ ਸਟੂਡੈਂਟ ਆ, ਜਿਹੜੇ ਬਾਕੀ ਸੰਸਥਾਵਾਂ ਦੇ ਵੀ ਆ, ਜਾਂ ਤਾਂ ਜਕਾਰਾ ਵੱਲੋਂ ਹੋਣ, ਸਿੱਖ ਕਲੀਜੀਏਟ ਫੈਡਰੇਸ਼ਨ ਜਾਂ ਸਿੱਖ ਸਟੂਡੈਂਟ ਐਸੋਸੀਏਸ਼ਨ ਹੋਣ, ਸਾਰੇ ਇੱਕੋ ਹੀ ਪੇਜ 'ਤੇ ਆ ਵੀ ਆਪਾਂ ਕੋਈ ਵਧੀਆ ਉੱਥੇ ਐਡ ਕਰੀਏ। ਆਪਣੇ ਹੁਣ ਜਿਹੜਾ ਫਰੈਜ਼ਨੋ ਸਟੇਟ ਵੀ ਹੈਗਾ, ਹੁਣ ਇੱਥੇ ਫਰੈਜ਼ਨੋ 'ਚ ਲਾ ਲਓ ਸਾਡਾ ਹੁਣ ਪਾਰਕ ਦਾ ਨਾਂ ਵੀ ਚੱਲ ਗਿਆ ਹੁਣ
ਸ਼ਹੀਦ ਭਾਈ ਜਸਵੰਤ ਸਿੰਘ ਖਾਲੜੇ ਦੇ ਨਾਂ ਤੇ ਐਲੀਮੈਂਟਰੀ ਸਕੂਲ ਦਾ ਵੀ ਤੇ ਨਾਲੇ ਆਈ ਥਿੰਕ ਉੱਥੇ ਜਿਹੜੀ ਨਵਕਿਰਨ ਭੈਣ ਜੀ ਆ ਜਿਹੜੇ ਜਸਵੰਤ ਸਿੰਘ ਖਾਲੜਾ ਜੀ ਉਹਨਾਂ ਦੀ ਜਿਹੜੇ ਡਾਟਰ ਆ ਉਹ ਵੀ ਉੱਥੇ ਪੜ੍ਹਾਈ ਵੀ ਉਹਨਾਂ ਨੇ ਆਪਣੀ ਉੱਥੇ ਕੀਤੀ ਸੀਗੀ। ਸੋ ਮਤਲਬ ਜੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ ਕੋਈ ਉੱਥੇ ਸਟੈਚੂ ਲੱਗ ਜਾਵੇ then I think that is a very good thing. ਸਿੰਬੋਲਿਕ ਵੀ ਹੋ ਸਕਦੀ ਹੈ ਕੋਈ ਚੀਜ਼ ਜਿਹੜਾ ਹੋ ਸਕਦਾ ਹੈ anything yeah ਹਾਂਜੀ ਸੋ ਚਲੋ ਅਪਡੇਟ ਸਾਨੂੰ ਕਰਦੇ ਰਹੋ, ਆਪਾਂ ਪੁੱਛਦੇ ਵੀ ਰਵਾਂਗੇ ਵੀ ਕੀ ਇਸ ਦੇ ਵਿੱਚ ਜਿਹੜਾ ਉਹ ਚੱਲ ਰਿਹਾ। 15 ਤਰੀਕ ਨੂੰ ਹੁਣ ਉਹ ਇੱਕ ਹੋਰ ਮੀਟਿੰਗ ਹੋਣੀ ਆ ਤੇ ਉੱਥੇ ਕਾਲਜ 'ਚ ਹੀ ਆ। ਹਾਂਜੀ ਅਸੀਂ ਨਹੀਂ ਜਾਵਾਂ, ਮੈਂ ਨਹੀਂ ਉੱਥੇ ਵਿੱਚ ਸ਼ਾਮਲ ਹੋਊਂਗਾ, ਪਰ ਜਿਹੜੇ ਆਪਣੇ ਸਟੂਡੈਂਟ ਆ ਉਹ ਮਤਲਬ ਪੜ੍ਹਦੇ ਆ ਲੀਡ ਕਰੂਗੇ ਉਸ ਮੀਟਿੰਗ ਨੂੰ ਵੀ ਆਪਾਂ ਇਦਾਂ ਇਹ ਸੋਚਦੇ ਇਦਾਂ ਸੋਚਦੇ ਹਾਂ। ਹਾਂਜੀ ਸੋ ਉੱਥੇ ਦੀਆਂ ਜਿਹੜੇ ਸਿੱਖ ਸਟੂਡੈਂਟ ਐਸੋਸੀਏਸ਼ਨ ਜਾਂ ਸਿੱਖ ਕਾਲਜੀਏਟ ਫੈਡਰੇਸ਼ਨ ਹਾਂਜੀ 2-3 ਹੋਰ ਸੰਸਥਾਵਾਂ ਹਾਂਜੀ ਆ ਸੋ ਉਹਨਾਂ ਨੇ ਇਕੱਠੇ ਹੋ ਕੇ ਨਾਲੇ ਆਈ ਥਿੰਕ 4-5 ਪ੍ਰੋਫੈਸਰ ਵੀ ਆਪਣੇ ਉੱਥੇ ਸਿੱਖ ਉੱਥੇ ਪੜ੍ਹਾਉਂਦੇ ਆ ਉਹ ਵੀ ਉਹਦੇ ਵਿੱਚ ਸ਼ਾਮਲ ਆ। ਠੀਕ ਹੈ ਹਾਂਜੀ ਓਕੇ ਸੋ ਠੀਕ ਹੈ ਚਲੋ ਚੰਗੀ ਗੱਲ ਆ, ਪਰ ਵੀ ਹੈਵ ਟੂ ਮੇਕ ਸ਼ੋਰ ਵੀ ਕੋਈ ਜਿਹੜੇ ਉਹ ਸਿੱਖ ਅਮਰੀਕਨ ਜਾਂ ਸਿੱਖ ਵੈਲਿਊਜ਼ ਜਾਂ ਪੰਜਾਬੀ ਵੈਲਿਊਜ਼ ਨੂੰ ਰਿਪਰੈਜ਼ੈਂਟ ਕਰਦਾ ਹੋਏ ਜਿਹੜੀ ਚੀਜ਼ ਜਿਹੜੀ ਉੱਥੇ ਉਹ ਲੱਗੇ। ਬਿਲਕੁਲ ਜੀ ਹਾਂਜੀ 100% ਜੀ। ਸੋ ਬਾਕੀ ਇਹ ਆ ਵੀ ਅਸੀਂ ਤੁਹਾਨੂੰ ਇਹ ਜ਼ਰੂਰ ਕਹਿ ਦਿੰਦੇ ਆ ਵੀ ਤੁਸੀਂ ਦੱਸ ਦਿਓ ਪੰਜਾਬੀ ਰੇਡੀਓ USA ਦੇ ਉੱਤੇ ਆ ਕੇ ਦੱਸ ਦਿਓ ਵੀ ਜੇ ਕਮਿਊਨਿਟੀ ਦੇ ਸਾਥ ਦੀ ਕਿਸੇ ਚੀਜ਼ ਦੇ ਵਿੱਚ ਜ਼ਰੂਰਤ ਆ ਤਾਂ ਡੈਫੀਨਿਟਲੀ ਦੱਸਿਓ ਤਾਂ ਬਿਲਕੁਲ ਜਿੱਦਾਂ ਐਨੀਬਡੀ ਵੀ ਜਦੋਂ ਮਰਜੀ ਆਪਣੇ ਈਮੇਲ ਰਾਹੀਂ ਜਾਂ ਜਦੋਂ ਤੁਹਾਡੇ ਥਰੂ ਵੀ ਜਾਂ ਮੈਨੂੰ ਡਾਇਰੈਕਟਲੀ ਜੇ ਤੁਹਾਡੇ ਕੋਈ ਸੁਜੈਸ਼ਨ ਵੀ ਹੋ ਸਕਦੇ ਤੁਸੀਂ ਸਾਨੂੰ ਦੱਸ ਸਕਦੇ ਹੋ, ਅਸੀਂ ਗਾਂ ਬੱਚਿਆਂ ਨੂੰ ਦੱਸ ਸਕਦੇ ਹਾਂ। ਇੱਦਾਂ ਵੀ ਆਪਾਂ ਮਤਲਬ ਰਾਈਟ ਨਾਓ ਓਪਰਚੁਨਿਟੀ ਹੈਗੀ ਹੈ ਉਹਦਾ ਫਾਇਦਾ ਉਠਾਉਣਾ ਉਹ ਜ਼ਰੂਰਤ ਹੈ ਉਹਦਾ ਜ਼ਰੂਰਤ ਹੈਗੀ ਜੀ। ਠੀਕ ਹੈ ਅੱਗੇ ਜਿਹੜਾ ਉਹ ਵੱਧਦੇ ਹਾਂ SB 509 ਨੂੰ ਲੈ ਕੇ ਉਹ ਜਿਹੜਾ ਦਿਨ ਆ ਬਹੁਤ ਨਜ਼ਦੀਕ ਆ ਰਿਹਾ ਹੈ 12 ਅਕਤੂਬਰ ਨੂੰ, ਉਦੋਂ ਤੱਕ ਗਵਰਨਰ ਨਿਊਸਮ ਨੇ ਜਿਹੜਾ ਉਹ ਦੱਸਣਾ ਆ। ਸੋ ਇਹ ਜਦੋਂ ਹੁਣ ਇਹ ਨੌਜਵਾਨ ਇਕੱਠੇ ਹੋਏ ਸੀ ਸੋ ਸਾਈਨ ਵਗੈਰਾ ਹੋਏ ਕਿੱਦਾਂ ਹੋਇਆ ਕੀ ਉਪਰਾਲਾ ਜਿਹੜਾ ਹੁਣ ਨੌਜਵਾਨਾਂ ਵੱਲੋਂ ਕੀ ਉਪਰਾਲਾ ਹੋ ਰਿਹਾ ਹੈ? ਸੋ ਆਪਣਾ ਉਹ ਜਿਹੜਾ ਫਰਾਈਡੇ ਸੈਟਰਡੇ ਸੰਡੇ ਸੀਗਾ ਕਾਨਫਰੰਸ 3 ਦਿਨਾਂ ਦਾ ਸੋ ਜਿਹੜਾ 30 ਦਿਨ ਸੀਗਾ ਲਾਸਟ ਡੇ ਉਸ ਦਿਨ ਫਿਰ ਨੌਜਵਾਨਾਂ ਨੂੰ ਆਪਾਂ 3 ਗੁਰਦੁਆਰੇ ਆਪਣੇ ਜਿਹੜੇ ਇੱਥੇ ਫਰੈਜ਼ਨੋ ਵਿੱਚ ਆ ਅਸੀਂ ਉਹਨਾਂ ਨੂੰ ਇਕੱਠੇ ਲੈ ਕੇ ਉੱਥੇ ਫਿਰ ਗੁਰਦੁਆਰੇ 'ਚ ਜਾ ਕੇ ਅਸੀਂ ਟੇਬਲਿੰਗ ਕੀਤੀ, ਉਹਨਾਂ ਨੂੰ ਤੋਂ ਵੀ ਜਿੱਦਾਂ ਸਾਈਨ ਕਰਾਏ ਸੀ ਜਿਨ੍ਹਾਂ ਨੇ ਨਹੀਂ ਕੀਤੇ ਸੀਗੇ ਅਤੇ ਗਾਂ ਵੀ ਆਪਣੀ ਫੈਮਲੀਆਂ ਤੋਂ ਵੀ ਜਿੰਨੇ ਵੀ ਉਹ ਜਾਣਦੇ ਫੈਮਲੀ ਮੈਂਬਰਸ ਉਹਨਾਂ ਤੋਂ ਵੀ ਪੜ੍ਹਾਏ ਸੀਗੇ ਭਰੇ ਸੀਗੇ ਜਿਹੜੇ ਪਟੀਸ਼ਨ ਸੀਗੇ। ਅਤੇ ਆਪਣੇ ਉਹ ਹੁਣ ਜਿਹੜਾ ਅਗਲਾ ਵੀ ਜਿਹੜਾ ਹੁਣ ਆਉਣਾ ਆ ਵੀਕਐਂਡ ਵੀ ਇਸ ਵੀਕਐਂਡ 'ਤੇ ਵੀ ਜਿੰਨੇ ਗੁਰਦੁਆਰੇ ਤੱਕ ਅਸੀਂ ਪਹੁੰਚ ਸਕਦੇ ਹਾਂ ਅਸੀਂ ਕੋਸ਼ਿਸ਼ ਕਰਾਂਗੇ। ਫਰੈਜ਼ਨੋ 'ਚ ਲਿਮਿਟਡ ਆ ਜਾਂ ਬਾਕੀ ਬਿਕੋਜ਼ ਜਿੱਦਾਂ ਜ਼ਿਆਦਾ SHSS ਕਲੱਬਸ ਨੇ ਇਹ ਕਾਲਜ ਵਾਲੇ ਨੇ ਆ ਸੋ ਬਾਕੀ ਸ਼ਹਿਰਾਂ 'ਚ ਵੀ ਹੋਣਾ ਚਾਹੀਦਾ ਹੈ। ਬਾਕੀ ਸ਼ਹਿਰਾਂ 'ਚ ਵੀ ਹੋਣਾ ਚਾਹੀਦਾ। ਸਾਡੀ ਜਿਹੜੀ ਇੰਫਰਾਸਟਰਕਚਰ ਹੈਗੀ ਬਹੁਤ ਵੱਡੀ ਇੰਫਰਾਸਟਰਕਚਰ ਆ, ਪਰ ਇਸ ਟਾਈਮ 'ਤੇ ਅਸੀਂ ਉਸ ਇੰਫਰਾਸਟਰਕਚਰ ਦਾ ਫੁੱਲ ਐਡਵਾਂਟੇਜ ਨਹੀਂ ਲੈ ਰਹੇ। ਮਤਲਬ ਔਰਗਨਾਈਜੇਸ਼ਨ ਸੰਸਥਾਵਾਂ ਦੇ ਵਿੱਚ ਕਈ ਵਾਰੀ ਕਾਫੀ ਜਿੱਦਾਂ ਲਾਈਕ ਉਹ ਸਟਰਕਚਰਲ ਗੈਪਸ ਆ ਜਾਂਦੇ ਆ ਕਈ ਵਾਰੀ ਹੈ ਨਾ ਲਾਈਕ ਪ੍ਰੈਜ਼ੈਂਟ ਕਰਨ ਨੂੰ, ਮਤਲਬ ਇਹ ਐਕਸਕਿਊਸਿਸ ਹੀ ਆ ਆਪਣੇ ਜਿੱਦਾਂ ਤੁਸੀਂ ਜਿੱਦਾਂ ਪੁੱਛ ਰਹੇ ਆ। ਪਰ ਉਹ ਦੇਖਣ ਜਾਏ ਕਿ ਜਿੱਦਾਂ ਫਰੈਜ਼ਨੋ 'ਚ ਸਾਡੀ ਟੀਮ ਬਹੁਤ ਕਾਫੀ ਵੱਡੀ ਹੈ ਇੱਥੇ, ਸੋ ਇੱਥੇ ਫਰੈਜ਼ਨੋ 'ਚ ਕਾਫੀ ਸਾਡਾ ਇੱਥੇ ਕਹਿ ਸਕਦੇ ਹਾਂ ਸਾਡੀ ਰੈਪੂਟੇਸ਼ਨ ਵੀ ਹੈਗੀ ਆ, ਅਸੀਂ ਸਾਨੂੰ ਲੋਕ ਜਾਣਦੇ ਪਛਾਣਦੇ ਵੀ ਆ। ਪਰ ਕਈ ਰੀਜਨਸ ਦੇ ਵਿੱਚ ਉਹ ਹਾਲੇ ਤੱਕ ਹੁਣ ਜਕਾਰਾ ਮੂਵਮੈਂਟ ਇਜ਼ ਗਰੋਇੰਗ ਸਲੋਲੀ, ਜਿੱਦਾਂ ਹੁਣ LA ਇਜ਼ ਲਾਈਕ ਅ ਨਿਊ ਰੀਜਨ, ਮਤਲਬ ਨਾਟ ਨਿਊ ਬਟ ਲਾਈਕ ਅਸੀਂ ਇਸ ਸਾਲ ਹੀ ਉੱਥੇ ਇੱਕ ਔਰਗਨਾਈਜ਼ਰ ਐਡ ਕੀਤਾ ਹੋਇਆ ਹੈ। ਸੋ some regions is going to take some time to catch up, but the goal is ਭਈ one day ਭਈ infrastructure ਇੱਦਾਂ ਹੋਵੇ ਭਈ ਅਸੀਂ ਤਾਂ ਸਨੈਪ ਕਰਕੇ ਭਈ ਸਾਰਾ ਕੁਝ ਜੋ ਕੁਝ ਵੀ ਕਰਨਾ ਚਾਹੁੰਦੇ ਅਸੀਂ ਕਰ ਸਕਦੇ ਹਾਂ। ਪਰ ਆਈ ਥਿੰਕ ਮਾਈ ਰეკਮੈਂਡੇਸ਼ਨ ਵੀ ਜਿਹੜੇ ਤੁਹਾਡੇ ਹਾਈ ਸਕੂਲ ਦੇ ਕਲੱਬ ਤੇ ਜਿਹੜੇ ਕਲੱਬ ਆ ਰਾਈਟ ਡੈਫੀਨੇਟਲੀ ਉਹਨਾਂ ਨੂੰ ਐਟਲੀਸਟ ਜਿਹੜੇ ਸ਼ਹਿਰਾਂ ਦੇ ਵਿੱਚ ਹੈਗੇ ਆ ਮੇਨ ਆ ਚਾਹੇ ਸੈਕਰਾਮੈਂਟੋ ਆ 99 ਹੁਣ ਆਪਣੀ ਕਮਿਊਨਿਟੀ ਦੇ ਨਾਲ ਭਰਿਆ ਪਿਆ ਹੈ, ਸੋ ਉੱਥੇ ਉਹਨਾਂ ਨੂੰ ਕੋਸ਼ਿਸ਼ ਜਿਹੜੀ ਜ਼ਰੂਰ ਚਾਹੀਦੀ ਹੈ। ਸੋ ਟਰਾਈ ਕਰੋ ਇਸ ਵੀਕਐਂਡ ਦੇ ਉੱਤੇ, ਨਹੀਂ ਤਾਂ ਨੈਕਸਟ ਵੀਕਐਂਡ ਦੇ ਉੱਤੇ ਵੀ ਬਿਗ ਪੁਸ਼ ਲਾਸਟ ਪੁਸ਼ ਆ ਵੀ ਵੱਧ ਤੋਂ ਵੱਧ ਜਿਹੜਾ ਉਹ ਬੇਸਿਕਲੀ ਲਾਸਟ ਪੁਸ਼ ਆ ਕਿਉਂਕਿ ਫਿਰ 12 ਤਰੀਕ ਆ ਰਹੀ ਆ ਤੇ ਫਿਰ ਆਪਾਂ ਨਹੀਂ ਤਾਂ ਫਿਰ ਕੰਮ ਔਖਾ ਹੈ। ਸੋ ਬਾਕੀ ਆਪਾਂ ਬੇਨਤੀ ਅਪੀਲ ਕਰਦੇ ਨੇ ਇੱਕ ਵਾਰੀ ਫਿਰ ਸਾਰੇ ਸਾਡੇ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਵੀ ਜਿਨ੍ਹਾਂ ਨੇ ਅਜੇ ਤੱਕ SB 509 ਦੀ ਉਸ ਪਟੀਸ਼ਨ ਦੇ ਉੱਤੇ ਜਿਸ ਵਿੱਚ ਮੰਗ ਆ ਗਵਰਨਰ ਨਿਊਸਮ ਨੂੰ ਵੀ ਉਸ ਬਿੱਲ ਦੇ ਉੱਤੇ ਸਾਈਨ ਕਰਨ ਅਤੇ ਉਸ ਨੂੰ ਕਾਨੂੰਨ ਬਣਾਉਣ, ਵੀ ਉਸ ਪਟੀਸ਼ਨ ਦੇ ਉੱਤੇ ਸਾਈਨ ਕਰਨ ਅਤੇ ਜਿਹੜੇ ਗਵਰਨਰ ਨਿਊਸਮ ਆ ਉਹ ਤਾਂ ਜੋ ਇਸ ਬਿੱਲ ਦੇ ਉੱਤੇ ਸਾਈਨ ਕਰਕੇ ਉਸ ਨੂੰ ਲਾਅ ਬਣਾ ਦੇਣ ਵੀ ਉਹਦੇ ਲਈ ਆਪਾਂ ਵੱਧ ਤੋਂ ਵੱਧ ਹਮਲਾ ਜਿਹੜਾ ਉਹ ਮਾਰ ਦਈਏ। ਅਖੀਰਲੇ ਜਿਹੜੇ ਕੁਛ ਦਿਨ ਜਿਹੜੇ ਉਹ ਬਚੇ ਆ, ਸੋ ਜ਼ੋਰ ਜਿਹੜਾ ਇਸ ਦੇ ਵਿੱਚ ਤੁਹਾਨੂੰ ਲਾਉਣ ਦੀ ਸਾਰਿਆਂ ਨੂੰ ਜਿਹੜੀ ਉਹ ਜ਼ਰੂਰਤ ਆ। ਅਤੇ ਬਾਕੀ ਇਕੱਲੀ ਜਕਾਰਾ ਹੀ ਨਹੀਂ, ਇਹ ਬਾਕੀ ਔਰਗਨਾਈਜੇਸ਼ਨਾਂ ਦਾ ਵੀ ਬਰਾਬਰ ਦਾ ਹੀ ਉਹਨਾਂ ਹੀ ਜਿਹੜਾ ਉਹ ਇਹ ਫਰਜ਼ ਆ
ਤੇ ਉਸ ਫਰਜ਼ ਨੂੰ ਜਿਹੜਾ ਅੱਗੇ ਨਿਭਾਉਣ। ਅਗਲੀ ਜਿਹੜੀ ਗੱਲ ਕਰੀਏ, ਜਿੱਦਾਂ ਤੁਸੀਂ ਦੱਸਿਆ ਵੀ ਫਰੈਜ਼ਨੋ ਦੇ ਵਿੱਚ ਤੁਹਾਡਾ ਜ਼ਿਆਦਾ ਸਟਰੋਂਗ ਹੋਲਡ ਆ ਜਾਂ ਇੱਥੇ ਤੁਸੀਂ ਜ਼ਿਆਦਾ, ਕਿਉਂਕਿ ਇੱਥੋਂ ਦੇ ਬੇਸਡ ਜ਼ਿਆਦਾ ਆ। ਵੈਸਟ ਏਰੀਆ ਪਲਾਨ ਇੱਕ ਜਿਹੜਾ ਉਹ ਚੱਲ ਰਿਹਾ ਫਰੈਜ਼ਨੋ ਸਿਟੀ ਕਾਉਂਸਲ ਦੇ ਵਿੱਚ, ਉਹ ਪੇਸ਼ ਹੋਇਆ। ਸੋ ਪਹਿਲਾਂ ਤਾਂ ਇਹ ਦੱਸੋ ਵੀ ਕੀ ਹੈ ਵੈਸਟ ਏਰੀਆ ਪਲਾਨ, ਤੇ ਆਪਣੀ ਕਮਿਊਨਿਟੀ ਦੇ ਨਾਲ ਇਹ ਪਲਾਨ ਕਿਉਂ ਜੁੜਿਆ ਆ, ਕਿਉਂ ਇੰਪੋਰਟੈਂਟ ਆ? ਰਾਈਟ, ਸੋ ਇੱਥੇ ਬੇਸਿਕਲੀ ਕਾਫੀ ਲੋਕੀ ਜਿਹੜੇ ਹੁਣ ਸੁਣ ਰਹੇ ਆ, ਲਾਈਕ ਦੇ ਸ਼ਾਇਦ ਉਹ ਫਰੈਜ਼ਨੋ ਦੇ ਨਾਲ ਉਹ ਫੈਮਿਲੀਅਰ ਨਹੀਂ ਹੈਗੇ ਭਈ ਜੀਓਗ੍ਰਾਫੀ ਫਰੈਜ਼ਨੋ ਦੀ ਕਿੱਦਾਂ ਦੀ ਆ। ਫਰੈਜ਼ਨੋ ਬੇਸਿਕਲੀ ਇੱਕ ਚੌੜਾ ਕਾਉਂਟੀ ਆ, ਇਟਸ ਅ ਵੈਰੀ ਵਾਈਡ ਕਾਉਂਟੀ, ਰਾਈਟ। ਸੋ ਮੋਸਟਲੀ ਹੁਣ ਅਸੀਂ ਦੇਖ ਰਹੇ ਜੇ ਫਰੈਜ਼ਨੋ ਦੀ ਜਿਹੜੀ ਫਰੈਜ਼ਨੋ ਸਿਟੀ ਫਰੈਜ਼ਨੋ ਕਾਉਂਟਿੰਗ ਦੀ ਜਿਹੜੀ ਫੰਡਿੰਗ ਆ, a lot of it is being pulled to like the east side, southeast side particularly। ਤੇ ਜਿਹੜਾ ਆਪਣਾ ਹੁਣ 99 ਜਾਂ 99 ਜਿਹਦਾ ਕੱਟ ਮਾਰਦਾ ਆ ਫਰੈਜ਼ਨੋ ਦੇ ਵਿੱਚ, ਹਾਂਜੀ, ਜੋ ਜਿਹੜਾ ਵੈਸਟ ਸਾਈਡ ਆ 99 ਤੇ ਮਤਲਬ ਆਪਣੇ ਜਿਹੜੇ, ਜੇ ਤਾਂ ਹੁਣ ਤੁਸੀਂ ਤੇ ਫਰੈਜ਼ਨੋ 'ਚ ਰਹਿੰਦੇ ਆ, ਲਾਈਕ ਆਪਣੇ ਜਿਹੜੇ ਉੱਥੇ ਆ ਜਿੱਥੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ ਪਾਰਕ ਆ, ਸਕੂਲ ਵੀ ਉਸ ਏਰੀਆ 'ਚ ਆਉਂਦਾ ਆ। ਉਹ ਉਸ ਏਰੀਆ ਦੇ ਵਿੱਚ ਇੱਕ ਹੁਣ ਇਹ ਸਿਟੀ ਨੇ ਪ੍ਰਪੋਜ਼ ਕੀਤਾ ਪਲਾਨ, ਇੱਕ ਵੈਸਟ ਏਰੀਆ ਪਲਾਨ ਉਹਨੂੰ ਸੱਦਦੇ ਆ। ਠੀਕ ਹੈ। ਤੇ ਨਾ ਉਹਦੇ ਨਾਲ ਮਤਲਬ ਦੇ ਵਿਲ ਪੁਸ਼ ਭਈ ਥੋੜ੍ਹੀ ਜਿਹੀ ਸਿਟੀ ਦੀ ਫੰਡਿੰਗ ਉੱਧਰ ਵੀ ਪੁਸ਼ ਕਰੂਗੇ। ਕਿੰਨੀ ਹੁਣ ਇਹ ਨਹੀਂ ਪਤਾ ਭਈ ਕਿੰਨੀ ਕੁ ਐਗਜ਼ੈਕਟਲੀ, ਮਤਲਬ ਜਿੱਦਾਂ ਹੁਣ ਉਹ ਜ਼ੋਨਿੰਗ ਹੁੰਦੀ ਹੈ ਨਾ, ਕਈ ਜ਼ੋਨਿੰਗ ਭਈ ਉਹ ਪਲਾਨ ਬਣਦਾ ਲਾਈਕ ਮੈਪ ਦੇ ਉੱਤੇ ਫਿਰ ਦੱਸਦੇ ਭਈ ਆਹ ਜਿਹੜਾ ਹੁਣ ਏਰੀਆ ਆ, ਹੁਣ ਇਹ ਏਰੀਆ ਦੇ ਵਿੱਚ ਜਿੱਦਾਂ ਇਹਨੂੰ ਇੱਕ ਕਮਰਸ਼ੀਅਲ ਬਣ ਜੂਗਾ, ਆਹ ਏਰੀਆ ਹੁਣ ਹਾਊਸਿੰਗ ਬਣ ਜੂਗੀ, ਇੱਥੇ ਤੁਸੀਂ ਜਿੱਦਾਂ ਪਾਰਕ ਬਣਾ ਸਕਦੇ ਆ। ਸੋ ਉਹ ਜਦੋਂ ਫਿਰ ਨਾ ਲਾਈਕ ਬੇਸਿਕਲੀ ਪਲਾਨ ਅਪਰੂਵ ਹੋ ਜਾਂਦਾ ਆ, ਫਿਰ ਉਹ ਜ਼ੋਨ ਚੇਂਜ ਕਰਕੇ ਹੈ ਨਾ, ਫਿਰ ਉਹ ਮਤਲਬ ਡਿਵੈਲਪਰ ਵੀ ਜਿਹੜੇ ਹੁੰਦੇ ਆ, ਜਾਂ ਆਪਣੇ ਜਿੱਦਾਂ ਕਿਸੇ ਨੇ ਕੋਈ ਗਰੋਸਰੀ ਸਟੋਰ ਖੋਲ੍ਹਣਾ ਹੋਵੇ, ਜਾਂ ਕਿਸੇ ਨੂੰ ਕੋਈ ਪਾਰਕ ਦਾ ਵੀ ਥਾਂ ਮਿਲ ਜਾਵੇ, ਉਹ ਉਸੇ ਕੰਮ ਨੂੰ ਜਿੱਦਾਂ ਫਿਰ ਨਾ ਲਾਈਕ ਗ੍ਰੀਨ ਲਾਈਟ ਜਿਹੀ ਮਿਲ ਜਾਂਦੀ ਆ। ਓਕੇ, ਸੋ ਬੇਸਿਕਲੀ ਲਾਈਕ ਆਪਣਾ ਹੁਣ ਪਿੱਛੇ ਆਪਣੇ ਇੱਥੇ ਲਾਸਟ ਇੱਥੇ ਬੁੱਧਵਾਰ ਨੂੰ ਇੱਥੇ ਮੀਟਿੰਗ ਹੋਈ ਸੀਗੀ, ਸਿਟੀ ਪਲੈਨਿੰਗ ਮੀਟਿੰਗ ਸੀਗੀ, ਅਤੇ ਉੱਥੇ ਪ੍ਰੈਜ਼ੈਂਟ ਕੀਤਾ ਸੀਗਾ ਅਤੇ ਵਧੀਆ ਰਿਸਪੌਂਸ ਸੀਗਾ, ਅਤੇ ਹੁਣ ਉਹ ਅਪਰੂਵ ਹੋ ਕੇ ਹੁਣ ਇਹ ਸਿਟੀ ਕਾਉਂਸਲ ਨੇ ਇਹ ਅਪਰੂਵ ਕਰ ਦਿੱਤਾ ਗਿਆ। ਅੱਛਾ, ਪਲੈਨਿੰਗ ਸਾਈਡ 'ਤੇ ਪਲੈਨਿੰਗ ਸਾਈਡ 'ਤੇ ਹੁਣ ਸਿਟੀ ਕਾਉਂਸਲ ਨੇ ਹੁਣ ਇੱਥੇ ਦੇਖਣਾ ਆ। ਓਕੇ, ਉਹ ਹੁਣ ਆਪਣੇ ਇੱਥੇ ਬੁੱਧਵਾਰ ਤਰੀਕ ਨੂੰ ਆਪਣੇ ਅਕਤੂਬਰ 16 ਤਰੀਕ ਸਵੇਰੇ 10 ਵਜੇ। ਅੱਛਾ, ਸਿਟੀ ਹਾਲ ਦੇ ਹਾਂਜੀ। ਤੇ ਵੱਧ ਤੋਂ ਵੱਧ ਉਹਦੇ ਤੇ ਕੀ ਫਿਰ ਡਿਬੇਟ ਹੋਣੀ ਆ, ਕਨਵਰਸੇਸ਼ਨ ਹੋਣੀ ਆ, ਜਾਂ ਕੀ ਹੋਣਾ ਉੱਥੇ ਨਾ ਉਹਨਾਂ ਨੇ ਮੌਕਾ ਦੇਣਾ ਪਬਲਿਕ ਕਮੈਂਟ ਲਈ। ਜੇ ਤੁਸੀਂ ਉੱਥੇ ਸਿਟੀ ਹਾਲ 'ਚ ਪਹੁੰਚੋਗੇ ਅਤੇ ਉੱਥੇ ਤੁਸੀਂ ਪਬਲਿਕ ਕਮੈਂਟ ਦੇ ਸਕਦੇ ਆ ਵੀ ਤੁਸੀਂ ਇਸ ਚੀਜ਼ ਦੇ ਵਿੱਚ ਹੱਕ 'ਚ ਆ, ਇਸ ਚੀਜ਼ ਨੂੰ ਤੁਸੀਂ ਸਪੋਰਟ ਕਰਦੇ ਆ, ਇਸ ਚੀਜ਼ ਦੀ ਸਾਨੂੰ ਜ਼ਰੂਰਤ ਆ, ਕਿਉਂਕਿ ਅਸੀਂ ਉਸ ਏਰੀਆ 'ਚ ਰਹਿੰਦੇ ਹਾਂ। ਸੋ ਤੁਸੀਂ ਉੱਥੇ ਪਹੁੰਚੋ ਜ਼ਰੂਰ। ਅਕਤੂਬਰ 16 ਤਰੀਕ ਆ, ਬੁੱਧਵਾਰ ਦਿਨ ਪੈਂਦਾ ਹੈ, ਅਤੇ ਆਪਣੇ ਸਵੇਰੇ 10 ਵਜੇ ਸਿਟੀ ਫਰੈਜ਼ਨੋ ਸਿਟੀ ਹਾਲ ਡਾਊਨਟਾਊਨ। 1 ਤਰੀਕ ਨੂੰ ਇਹ ਜਿਹੜਾ ਪਲੈਨਿੰਗ ਕਮਿਸ਼ਨ ਨੇ ਪਬਲਿਕ ਕੀਤਾ ਐਸ ਬੁੱਧਵਾਰ ਪਿਛਲਾ ਜਿਹੜਾ ਲੱਗ ਕੇ ਗਿਆ, ਹਾਂਜੀ ਉਦੋਂ ਨੇ ਕੀਤਾ। ਰਾਈਟ, ਇਹ ਵੈਸਟ ਸਾਈਡ ਵਾਲੇ ਕਿਉਂ ਇੰਨਾ ਪੁਸ਼ ਕਰ ਰਹੇ? ਕੀ ਨੈਗਲੈਕਟਡ ਰਿਹਾ ਇਲਾਕਾ ਇਹ ਬਹੁਤ ਜ਼ਿਆਦਾ? ਆਪਣੀ ਕਿੰਨੀ ਕਮਿਊਨਿਟੀ ਇੱਥੇ ਰਹਿੰਦੀ ਹੈ? ਸੋ ਦੈਟਸ ਅ ਰੀਲੀ ਗੁੱਡ ਕੁਐਸਚਨ। ਗਿਣਤੀ ਵਿੱਚ ਨਹੀਂ ਮੈਨੂੰ ਐਗਜ਼ੈਕਟਲੀ ਪਤਾ ਕਿੰਨੇ ਕੁ ਆਪਣੇ ਉੱਥੇ ਰਹਿੰਦੇ ਆ, ਪਰ ਜੇ ਤੁਸੀਂ ਦੇਖੋਗੇ ਆਲਮੋਸਟ ਸਾਡੇ ਫਰੈਜ਼ਨੋ ਦੇ ਲਾਈਕ ਮੇਨ ਲਾਈਕ ਸਾਡੇ 4-5 ਗੁਰਦੁਆਰੇ ਉਸ ਸਾਈਡ 'ਤੇ ਉਸੇ ਏਰੀਆ 'ਚ ਪੈਂਦੇ ਆ, ਵੈਸਟ ਸਾਈਡ ਦੇ 99 ਦੇ ਵੈਸਟ ਸਾਈਡ। ਐਗਜ਼ੈਕਟਲੀ, ਹਾਂਜੀ। ਆਪਣਾ ਜਿਹੜਾ ਕਨੀਲੀਆ ਗੁਰਦੁਆਰਾ ਜਿਹਨੂੰ ਕਹਿੰਦੇ ਨਾਨਕਸਰ ਦਾ ਗੁਰਦੁਆਰਾ, ਆਪਣਾ ਸਿੰਘ ਸਾਹਿਬਾ ਗੁਰਦੁਆਰਾ, ਇੱਕ ਨਵਾਂ ਗੁਰਦੁਆਰਾ ਮਲਾਪ। ਸੋ ਇੱਕ ਗੁਰਦੁਆਰੇ ਵੈਸਟ ਸਾਈਡ 'ਚ ਸਾਰੇ ਪੈਂਦੇ ਆ। ਓਕੇ, ਤੇ ਆਪਣੇ ਫੈਮਿਲੀ ਵੀ ਉੱਥੇ ਫੈਮਲੀਆਂ ਵੀ ਕਾਫੀ ਰਹਿੰਦੇ ਆਪਣੇ, ਜਿਹੜੇ ਸਕੂਲ ਵੀ ਉੱਥੇ ਤਾਂ ਸੈਂਟਰਲ ਯੂਨੀਫਾਈਡ, ਹਾਂਜੀ, ਆਪਣੇ ਜਸਟਿਨ ਗਾਰਡਜ਼ ਹਾਈ ਸਕੂਲ, ਆਪਣੇ ਉੱਥੇ ਬਹੁਤ ਪੰਜਾਬੀ ਨਿਆਣੇ ਪੜ੍ਹਦੇ ਆ, ਜਿੰਨੇ ਵੀ ਉਹ ਨਵੇਂ ਉੱਥੇ ਹਾਊਸਿੰਗ ਡਿਵੈਲਪਮੈਂਟ ਬਣੇ ਆ ਉਸ ਏਰੀਆ ਦੇ ਵਿੱਚ, ਕਾਫੀ ਆਪਣੇ ਪੰਜਾਬੀ ਫੈਮਲੀਜ਼ ਰਹਿੰਦੇ ਆ। ਸੋ ਇਹ ਤੁਹਾਡਾ ਜਿਹੜਾ ਇਹ ਸਵਾਲ ਆ, ਉਸ ਏਰੀਆ ਬਹੁਤ ਨੈਗਲੈਕਟਡ ਰਿਹਾ ਆ ਆਪਣੇ ਫਰੈਜ਼ਨੋ ਸਿਟੀ ਦੇ ਵਿੱਚ। ਸੋ ਇਸ ਟਾਈਮ 'ਤੇ ਉਹਦਾ ਵੀ ਥੋੜ੍ਹਾ ਜਿਹਾ ਹੁਣ ਉਹ ਸ਼ਿੰਗਾਰ ਹੋਣਾ ਚਾਹੀਦਾ ਹੈ ਉਸ ਏਰੀਆ ਦਾ। ਇਹ ਗੱਲਬਾਤ ਕਰਨ ਦਾ ਮਕਸਦ ਪਤਾ ਕੀ ਆ? ਆਪਾਂ ਕਈ ਵਾਰੀ ਨਾ ਇੱਥੇ ਇਨਵੋਲਵ ਨਹੀਂ ਹੁੰਦੇ, ਫਿਰ ਜਦੋਂ ਨੈਗਲੈਕਟ ਹੋ ਜਾਂਦੇ ਆ, ਫਿਰ ਆਪਣੇ ਨਾਲ ਜਦੋਂ ਧੱਕਾ ਹੁੰਦਾ ਆ, ਫਿਰ ਆਪਣੇ ਲਈ ਉਹ ਜਿਹੜਾ ਬੜਾ ਮੁਸ਼ਕਿਲ ਹੁੰਦਾ, ਰੈੱਡ ਲਾਈਨਿੰਗ ਕਰ ਦਿੱਤੀ ਜਾਂਦੀ ਆ। ਕਈ ਵਾਰੀ ਜੇ ਫਰੀਵੇ ਇਸ ਹਿਸਾਬ ਦੇ ਨਾਲ ਕੱਟੇ ਜਾਂਦੇ ਆ ਵੀ ਉਹ ਇੱਕ ਬੇਸਿਕਲੀ ਸ਼ਹਿਰ ਦਾ ਪੂਅਰ ਇਲਾਕਾ ਤੇ ਪੌਸ਼ ਇਲਾਕੇ ਨੂੰ ਡਿਵਾਈਡ ਕਰ ਜਾਂਦੇ ਵੀ ਉਹ ਉਸ ਤਰੀਕੇ ਦੇ ਨਾਲ ਕਰ ਦਿੱਤਾ ਜਾਂਦਾ। ਸੋ ਜਿੱਥੇ ਤੁਸੀਂ ਰਹਿਣਾ ਉੱਥੇ ਦੀਆਂ ਸੁੱਖ ਸਹੂਲਤਾਂ ਜੇ ਉਹ ਮੰਨਣੀਆਂ ਤਾਂ ਉਹਦੇ ਲਈ ਇਹ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ। ਸੋ ਜੇ ਤੁਸੀਂ ਵੈਸਟ ਸਾਈਡ ਦੇ ਉੱਤੇ ਰਹਿੰਦੇ, ਤੁਸੀਂ ਕੀ ਚਾਹੁੰਦੇ ਆ ਇਹ ਪਲਾਨ ਦੇ ਵਿੱਚ ਇੱਕ ਵੱਖਰੀ ਗੱਲ ਆ, ਤੁਸੀਂ ਆਪਣੀ ਜਾ ਕੇ ਰਾਏ ਜਿਹੜੀ ਉਹ ਰੱਖ ਸਕਦੇ ਵੀ ਸਾਨੂੰ ਆਹ ਚੀਜ਼ਾਂ ਚਾਹੀਦੀਆਂ, ਜਿਹੜੀਆਂ ਤੁਸੀਂ ਕਹਿੰਦੇ ਵੀ ਹਾਂ ਉੱਧਰਲੇ ਪਾਸੇ ਹੈਗੀਆਂ,
ਕਈ ਵਾਰੀ ਆਪਾਂ ਦੂਜੇ ਸ਼ਹਿਰ ਦੀ ਗੱਲ ਕਰਦੇ ਆ ਉਹਨਾਂ ਦਾ ਦੇਖੋ ਕਿੱਦਾਂ ਆ, ਆਪਣੇ ਵੀ ਇਦਾਂ ਦੀ ਜਿਹੜੀ ਚੀਜ਼ ਹੋਣੀ ਚਾਹੀਦੀ ਆ, ਜਾਂ ਮਨੀ ਪਰੇ ਨੂੰ ਕਿਉਂ ਜਾ ਰਹੀ ਆ, ਸਾਡੇ ਵੱਲ ਵੀ ਬਰਾਬਰ ਜਿਹੜੀ ਹੋਣੀ ਚਾਹੀਦੀ ਵੀ ਅਸੀਂ ਵੀ ਇਸੇ ਸ਼ਹਿਰ ਦੇ ਹੈਗੇ ਆ। ਸੋ ਡੈਫੀਨੇਟਲੀ ਇਹ ਹਰ ਇੱਕ ਨੂੰ ਇਨਵੋਲਵ ਹੋਣ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਹੁੰਦੀ ਆ। ਇਹ ਤੁਹਾਡੀ ਸਿਵਿਕ ਜਿਹੜੀ ਉਹ ਡਿਊਟੀ ਆ। ਸਿਵਿਕ ਡਿਊਟੀ ਵੀ ਆਪਣੀ ਹੈਗੀ ਹੈ ਜ਼ਰੂਰ। ਇੱਕ ਤਾਂ ਜਿੱਦਾਂ ਨਾ ਕਈ ਵਾਰੀ ਹੁਣ ਅਸੀਂ ਜਦੋਂ ਹੁਣ ਆਪਣੇ ਜਿਹੜੇ ਮਰਜ਼ੀ ਦੇਸ਼ ਦਾ ਲਾ ਲਓ, ਇੰਡੀਆ ਦਾ ਭਾਵੇਂ ਅਮਰੀਕਾ ਦਾ, ਨੋਰਮਲੀ ਜ਼ਿਆਦਾ ਫੋਕਸ ਸਾਰਿਆਂ ਦਾ ਹੁੰਦਾ ਵੀ ਸੈਂਟਰਲ ਗਵਰਨਮੈਂਟ ਦਾ, ਫੈਡਰਲ ਗਵਰਨਮੈਂਟ ਦਾ, ਵੀ ਉੱਥੇ ਉਹ ਵੀ ਜ਼ਰੂਰੀ ਆ, ਉਹਨਾਂ 'ਤੇ ਵੀ ਧਿਆਨ ਰੱਖਣਾ ਚਾਹੀਦਾ। ਇੱਦਾਂ ਨਹੀਂ ਕਹਿੰਦੇ ਵੀ ਅਸੀਂ ਵੀ ਉੱਥੇ ਨਹੀਂ ਧਿਆਨ ਹੋਣਾ ਚਾਹੀਦਾ ਬੰਦਿਆਂ ਦਾ, ਪਰ ਆਲਸੋ ਤੁਹਾਡੇ ਇੱਥੇ ਲੋਕਲ ਕਮਿਊਨਿਟੀਜ਼ ਦੇ ਵਿੱਚ ਕਾਫੀ ਕੁਛ ਚੱਲ ਰਿਹਾ, ਜਿਹੜਾ ਕੁਛ ਤੁਸੀਂ ਉਹਦੇ ਵਿੱਚ ਇਨਵੋਲਵ ਡਾਇਰੈਕਟਲੀ ਹੋ ਸਕਦੇ ਆ। ਠੀਕ ਆ। ਸੋ ਦੈਟ ਇਜ਼ ਇੰਪੋਰਟੈਂਟ। ਬਈ ਤੁਸੀਂ ਐਨੀਬਡੀ ਔਨ ਦ ਵੈਸਟ ਸਾਈਡ ਆਫ ਦ 99 ਜਿੰਨੇ ਵੀ ਆਈ ਥਿੰਕ ਆਪਣੇ ਉੱਧਰ ਆਪਣੇ ਕਿੰਨੇ ਬਿਜ਼ਨੈਸਿਸ ਆ ਪੰਜਾਬੀਆਂ ਦੇ ਉੱਧਰਲੇ ਪਾਸੇ, ਟਰੱਕਿੰਗ ਵਾਲੇ, ਗੈਸ ਸਟੇਸ਼ਨਸ, ਰੈਸਟੋਰੈਂਟਸ ਲਾ ਲਓ, ਹਰ ਇੱਕ ਦੇयर ਇਜ਼ ਅ ਲੋਟ ਆਫ ਬਿਜ਼ਨੈਸਿਸ ਓਵਰ देयर ਟੂ। ਮਤਲਬ ਬਈ ਸਿਰਫ ਇੱਦਾਂ ਨਹੀਂ ਪਈ ਉਹ ਸਿਰਫ ਜੇ ਲੋਕੀ ਉੱਥੇ ਜਿਹੜੇ ਰਹਿੰਦੇ ਆ ਪ੍ਰੋਪਰਟੀ ਟੈਕਸ ਤਾਂ ਦਿੰਦੇ ਹੀ ਆ। ਐਗਜ਼ੈਕਟਲੀ। ਸੋ ਪ੍ਰੋਪਰਟੀ ਟੈਕਸ ਤਾਂ ਫਰਕ ਨਹੀਂ ਆ। ਉਹਦਾ ਜੇ ਤੁਸੀਂ ਵੈਸਟ ਸਾਈਡ ਤੇ ਈਸਟ ਸਾਈਡ ਤੇ ਉਹਦਾ ਕਾਊਂਟੀ ਨੇ ਉਨਾ ਹੀ ਲੈਣਾ ਹੈ ਤੁਹਾਨੂੰ, ਬਿਲਕੁਲ ਦੇ ਹਿਸਾਬ ਦੇ ਨਾਲ ਜਿਹੜਾ ਉਹਨਾਂ ਨੇ ਉਹ ਪਰਸੈਂਟੇਜ ਜਿਹੜੀ ਉਹਨਾਂ ਦੀ ਪੱਕੀ ਬੱਜੀ ਹੁੰਦੀ ਆ। ਸੋ ਇਹ ਜ਼ਰੂਰੀ ਆ। ਹੁਣ ਮੈਂ ਮੇਰੀ ਗੱਲ ਹੁੰਦੀ ਸੀ ਗੁਰਦੁਆਰਾ ਸਾਹਿਬ ਇੱਕ ਹੈਗੇ ਆ ਕਲੋਵਿਸ ਦੇ ਵਿੱਚ, ਹਾਂਜੀ, ਉਹਨਾਂ ਨੇ ਪਿਛਲੇ ਪਾਸੇ ਲਾਈਟਾਂ ਲਾਈਆਂ ਸੀਗੀਆਂ, ਹਾਂਜੀ, ਮੇਰੇ ਭਾਈ ਸਾਹਿਬ ਉੱਥੋਂ ਦੇ ਨਾਲ ਗੱਲ ਹੋਈ ਤਾਂ ਕਹਿੰਦੇ ਵੀ ਪਿਛਲੇ ਨੇਬਰਹੁੱਡ ਵਾਲੇ ਰੌਲਾ ਪਾਉਣ ਲੱਗੇ ਜੀ ਸਾਨੂੰ ਰਾਤ ਨੂੰ ਸੌਣ ਨਹੀਂ ਹੁੰਦਾ। ਉਹਨਾਂ ਨੇ ਉੱਥੋਂ ਲਵਾਤੀਆਂ, ਇੱਥੋਂ ਤੱਕ ਕਿ ਗੁਰਦੁਆਰਾ ਸਾਹਿਬ ਦਾ ਬੋਰਡ ਤੱਕ ਵੀ ਲਵਾਤਾ। ਅੱਛਾ ਅੱਛਾ ਅੱਛਾ। ਸੋ ਦੇयर ਇਜ਼ ਸੋ ਮਚ ਗੋਇੰਗ ਔਨ। ਕਈ ਕੁਛ ਜਿਹੜਾ ਉਹ ਚੱਲ ਰਿਹਾ ਹੁੰਦਾ ਛੋਟੇ ਸ਼ਹਿਰਾਂ ਤੋਂ ਲੈ ਕੇ ਵੱਡੇ ਸ਼ਹਿਰਾਂ ਦੇ ਵਿੱਚ, ਹਰ ਇੱਕ ਕਮਿਊਨਿਟੀ ਦੀਆਂ ਕਈ ਤਰੀਕੇ ਦੀਆਂ ਇਸ਼ੂ ਚੱਲ ਰਹੇ ਹੁੰਦੇ ਆ, ਤੇ ਆਪਾਂ ਨੂੰ ਬਹੁਤ ਚੀਜ਼ਾਂ ਜਿਹੜੀਆਂ ਉਹ ਸੋਚਣੀਆਂ ਪੈਂਦੀਆਂ। ਸੋ ਇਹ ਜ਼ਰੂਰੀ ਆ ਵੀ ਜਦੋਂ ਹੁਣ ਮਨੀ ਅਲਾਟ ਹੋਣੀ ਆ ਸਿਮਰਨ, ਤੇ ਉਹਦੇ ਵਿੱਚ ਫਿਰ ਤੁਸੀਂ ਚਾਹੁੰਦੇ ਵੀ ਤੁਹਾਡੇ ਇਲਾਕੇ ਦੇ ਵਿੱਚ ਮਨੀ ਆਵੇ ਤਾਂ ਵਧੀਆ। ਜਿੱਥੇ ਮਨੀ ਫਲੋ ਹੋਣੀ ਆ ਤੇ ਉੱਥੇ ਓਬਵੀਅਸਲੀ ਚੀਜ਼ਾਂ ਬੈਟਰ ਜਿਹੜੀਆਂ ਉਹ ਤੁਹਾਡੀ ਮਿਸਲ ਮੀਟਿੰਗ ਆ ਰਹੀ ਹੈ। ਸੋ ਬੇਸਿਕਲੀ ਇਸੇ ਟੌਪਿਕ ਤੇ ਆਪਣਾ ਹੁਣ ਇਹ ਹੈਗਾ ਹੁਣ 16 ਤਰੀਕ ਨੂੰ ਜਿਹੜਾ ਹੁਣ ਇਹ ਹੋਣਾ ਆ ਆਪਣਾ ਜਿਹੜਾ ਸਿਟੀ ਹਾਲ ਦੇ ਵਿੱਚ ਜਿਹੜੇ ਦਿਨ ਉਹਨਾਂ ਨੇ ਸਿਟੀ ਕਾਉਂਸਲਰਾਂ ਨੇ ਦੇਖਣਾ ਹੈ ਉਹਦਾ, ਜਿਹੜੀ ਸਾਡੀ ਮਿਸਲ ਮੀਟਿੰਗ ਹੋਣੀ ਆ ਉਹ ਉਸੇ ਮੰਡੇ ਉਹ ਹੋਣਾ, ਉਹ ਤੋਂ ਪਹਿਲਾਂ 2 ਦਿਨ ਪਹਿਲਾਂ। ਸੋ ਅਕਤੂਬਰ 13 ਨੂੰ, ਹਾਂਜੀ ਹਾਂਜੀ 13 ਤਰੀਕ ਨੂੰ, ਸੌਰੀ ਹਾਂਜੀ ਮੰਡੇ ਨੂੰ ਜਿਹੜਾ ਉਹ ਪੈਂਦਾ ਦਿਨ, ਹਾਂਜੀ ਹਾਂਜੀ ਉਹ ਮੰਡੇ ਨੂੰ ਹੋਣਾ ਆ। ਅਤੇ ਉਸ ਦਿਨ ਤੁਸੀਂ ਜ਼ਰੂਰ ਸਾਰੇ ਜਾਣੇ ਉੱਥੇ ਸ਼ਾਮਲ ਹੋਏ। ਆਪਣੇ ਪਾਰਸ ਕਮਿਊਨਿਟੀ ਸੈਂਟਰ ਸਾਡੇ 199 ਏਰੀਆ ਦੇ ਵਿੱਚ ਪੈਂਦਾ ਆ, ਉੱਥੇ ਮੀਟਿੰਗ ਸਾਡੀ ਹੋਣੀ ਆ ਮੰਡੇ ਨੂੰ 6:30 ਵਜੇ ਸ਼ਾਮ ਨੂੰ, ਘੰਟੇ 1.5 ਘੰਟੇ ਦੀ ਮੀਟਿੰਗ ਹੁੰਦੀ ਆ। ਜ਼ਰੂਰ ਉੱਥੇ ਤੁਸੀਂ ਸ਼ਾਮਲ ਹੋਇਓ। ਉਸ ਮੀਟਿੰਗ ਦੇ ਵਿੱਚ ਬਹਿ ਕੇ ਵੀ ਅਸੀਂ ਗੱਲਬਾਤ ਇਸੇ ਟੌਪਿਕ 'ਤੇ ਸੇਮ ਅਸੀਂ ਗੱਲਬਾਤ ਕਰਾਂਗੇ ਵੀ ਸਾਡੇ ਵੈਸਟ ਏਰੀਆ ਦੇ ਵਿੱਚ ਅਸੀਂ ਕਿੱਦਾਂ ਇੰਪਰੂਵਮੈਂਟ ਲਿਆ ਸਕਦੇ ਹਾਂ ਅਤੇ ਕਿੱਦਾਂ ਸਾਨੂੰ ਹੈਲਪ ਉਹ ਵੋਟ ਪਾਉਣੀ ਚਾਹੀਦੀ ਆ। ਠੀਕ ਹੈ। ਸੋ 16 ਤਰੀਕ ਨੂੰ ਸਿਰਫ ਪਬਲਿਕ ਕਮੈਂਟ ਹੈ ਕਿ ਉੱਧਰ ਵੋਟ ਵੀ ਆ? ਸਰ ਪਬਲਿਕ ਕਮੈਂਟ ਐਂਡ ਵੋਟ ਵੀ ਇੱਕ ਪਲਾਨ ਪਾਸ ਕਰਨਾ ਹੈ ਜਾਂ ਨਹੀਂ ਕਰਨਾ, ਜਾਂ ਅਮੈਂਡਮੈਂਟ ਕਰਨਾ। ਰਾਈਟ ਹਾਂਜੀ। ਠੀਕ ਹੈ, ਓਕੇ। ਅਤੇ ਇਸ ਤੋਂ ਇਲਾਵਾ ਹੋਰ ਕਿਹੜਾ ਇਵੈਂਟ ਆ? ਕੋਈ ਹੈਲਥ ਕਲੀਨਿਕ? ਹਾਂਜੀ ਬਿਲਕੁਲ ਜੀ। ਅਸੀਂ ਅਕਤੂਬਰ 19 ਤਰੀਕ ਨੂੰ ਅਸੀਂ ਆਪਾਂ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਜਿਹੜਾ 99 ਇਨ ਕਲੋਵਿਸ ਦੇ ਵਿੱਚ ਜਿਹੜਾ ਫੈਵਲਰ ਸ਼ਹਿਰ ਦੇ ਵਿੱਚ ਪੈਂਦਾ ਹੈ, ਉੱਥੇ ਸੰਡੇ ਐਤਵਾਰ ਨੂੰ ਅਕਤੂਬਰ 19 ਤਰੀਕ ਨੂੰ ਅਸੀਂ ਇੱਕ ਹੈਲਥ ਕਲੀਨਿਕ ਲਾ ਰਹੇ ਹਾਂ। ਅਤੇ ਜੇ ਤੁਸੀਂ ਉੱਥੇ ਆਉਣਾ ਚਾਹੁੰਦੇ ਆ, ਕਿਸੇ ਚੀਜ਼ ਦੀ ਤੁਹਾਨੂੰ ਲੋੜ ਆ, ਔਨ ਸਾਈਟ ਮੈਡੀਕਲ ਪ੍ਰੋਫੈਸ਼ਨਲ ਹੋਊਗੇ, ਬਲੱਡ ਪ੍ਰੈਸ਼ਰ ਚੈੱਕ ਕਰਨਾ ਹੋਵੇ, ਸਿੰਪਲ ਚੈੱਕਅਪ ਤੁਸੀਂ ਕਰਨਾ ਚਾਹੁੰਦੇ, ਤੁਸੀਂ ਜ਼ਰੂਰ ਆਇਓ। ਇਹ ਕਿਉਂਕਿ ਰਾਈਟ ਨਾਓ ਜਿਹੜੇ ਲੋਕ ਸਪੈਸ਼ਲੀ ਸ਼ਾਇਦ ਉਹ ਡਾਕਟਰ ਚੈੱਕਅਪ 'ਤੇ ਵੀ ਨਹੀਂ ਜਾਣਾ ਚਾਹੁੰਦੇ ਹੋਗੇ, ਬਿਕਾਜ਼ ਮੇ ਬੀ ਉਹ ਆਪਣੇ ਇਮੀਗ੍ਰੇਸ਼ਨ ਸਟੇਟਸ ਬਾਰੇ ਉਹ ਡਰਦੇ ਹੋਗੇ, ਤੁਸੀਂ ਉੱਥੇ ਜ਼ਰੂਰ ਗੁਰਦੁਆਰੇ ਸਾਹਿਬ ਆ ਸਕਦੇ ਹਾਂ, ਅਸੀਂ ਤੁਹਾਡੀ ਮਦਦ ਕਰਾਂਗੇ। ਅਤੇ ਹਾਂਜੀ ਉਹ ਹੋਊਗਾ ਅਕਤੂਬਰ 19 ਤਰੀਕ ਨੂੰ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਐਤਵਾਰ ਨੂੰ। ਠੀਕ ਹੈ। ਟਾਈਮਿੰਗ ਉਹ ਸੀ ਇੱਥੇ 10:30 ਵਜੇ 11 ਵਜੇ ਪਹੁੰਚ ਜਾਣਾ ਸੀ ਇੱਥੇ, ਮਤਲਬ ਟੈਂਟ ਸਾਰਾ ਕੁਝ ਸੈਟਅਪ ਹੋ ਜਾਊਗਾ 11 ਵਜੇ ਤੋਂ ਪਹਿਲਾਂ। ਫਿਰ ਸਮਾਪਤੀ ਤੱਕ ਹਾਂਜੀ ਦੁਪਹਿਰ ਤੱਕ ਹਾਂਜੀ ਉੱਥੇ ਹੋਵਾਂਗੇ। ਸੋ ਇਹ ਰਾਈਟ ਨਾਓ ਸਿਰਫ ਇਹੀ ਗੁਰਦੁਆਰਾ ਸਾਹਿਬ ਦੇ? ਹਾਂਜੀ ਰਾਈਟ ਨਾਓ ਇਸੇ ਗੁਰਦੁਆਰਾ ਸਾਹਿਬ ਦੇ ਅਸੀਂ ਇਹ UCSF ਜਿਹੜਾ ਮੈਡੀਕਲ ਯੂਨੀਵਰਸਿਟੀ ਆ ਉਹਦੇ ਨਾਲ ਅਸੀਂ ਇਹਨੂੰ ਕੋਲੈਬੋਰੇਸ਼ਨ ਕਰਕੇ ਕਰ ਰਹੇ ਹਾਂ। ਅਤੇ ਜਿਹੜੇ ਆਪਣੇ ਕਈ ਜਕਾਰਾ ਮੂਵਮੈਂਟ ਦੇ ਵਿੱਚ ਜਿਹੜੇ ਲਾਈਕ ਮੈਡੀਕਲ ਹੈਲਥ ਦੇ ਪ੍ਰੋਫੈਸ਼ਨਲ ਆ, ਜਾਂ ਬੱਚੇ ਜਿਹੜੇ ਸਟੂਡੈਂਟ ਆ ਜਿਹੜੇ ਮੈਡੀਕਲ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਆ, ਉਹ ਇਕੱਠੇ ਹੋ ਕੇ ਯੂਨੀਵਰਸਿਟੀ ਹਾਂਜੀ ਜਿਹੜੇ ਪੜ੍ਹ ਰਹੇ ਆ ਉਹ ਯੂਨੀਵਰਸਿਟੀ UCSF ਦੇ ਨਾਲ ਜੋੜ ਕੇ ਉਹ ਇਕੱਠੇ ਕੋਲੈਬੋਰੇਟ ਕਰਕੇ ਉੱਥੇ ਉਹ ਇਹ ਮੈਡੀਕਲ ਉਹ ਚੈੱਕਅਪ ਕਲੀਨਿਕ ਲਾਉਂਦੇ ਆ। ਹਾਂਜੀ। ਸੋ ਬਲੱਡ ਪ੍ਰੈਸ਼ਰ ਚੈੱਕ ਆਈ ਥਿੰਕ, ਇਨਸੂਲਿਨ ਚੈੱਕ ਆਈ ਥਿੰਕ ਉੱਥੇ 2 ਆਈ ਥਿੰਕ
ਆਲਸੋ ਜੇ ਕਈ ਚੀਜ਼ਾਂ ਦੇ ਜੇ ਤੁਸੀਂ ਲਾਈਕ ਨਾ ਲੈਣਾ ਚਾਹੁੰਦੇ ਆ ਲਾਈਕ ਦਵਾਈਆਂ ਵੀ ਪ੍ਰੈਸਕ੍ਰਿਪਸ਼ਨ ਵੀ ਔਨ ਦ ਸਪੌਟ ਪ੍ਰੈਸਕ੍ਰਿਪਸ਼ਨ 2 ਕੁ ਚੀਜ਼ਾਂ ਦੀਆਂ ਮਿਲਦੀਆਂ ਉੱਥੇ ਮਤਲਬ ਉਹ ਹਰੇਕ ਚੀਜ਼ ਦਾ ਨਹੀਂ ਮੈਂ ਆਬਵੀਅਸਲੀ ਹਾਂਜੀ ਸੰਗਤ ਨੂੰ ਆਪਣੇ ਜਿਹੜੇ ਲੋਕੀ ਸੁਣ ਰਹੇ ਉਹਨਾਂ ਨੂੰ ਦੱਸਣਾ ਚਾਹੁੰਦਾ ਕਿਉਂਕਿ ਮੇਰੇ ਤੋਂ ਇੱਕ ਵਾਰੀ ਗਲਤੀ ਨਾਲ ਕਿਹਾ ਹੋ ਗਿਆ ਸੀਗਾ ਅਤੇ ਉੱਥੇ ਲੋਕੀ ਆ ਕੇ ਫਿਰ ਪ੍ਰੈਸਕ੍ਰਿਪਸ਼ਨ ਆਪਣੇ ਮੰਗਣ ਲੱਗ ਪਏ ਸੀਗੇ ਸੋ ਇਹ ਲਾਈਕ 2 ਕੁ ਦਿਨ ਆਈ ਥਿੰਕ ਲਾਈਕ ਪੇਨ ਦੀਆਂ ਗੋਲੀਆਂ ਇੱਦਾਂ ਦੀਆਂ ਚੀਜ਼ਾਂ ਵੀ ਥਿੰਕ ਲਾਈਕ ਜੋ ਕੁਛ ਵੀ ਹੁੰਦਾ ਮਿਲ ਸਕਦਾ ਪਰ ਨਥਿੰਗ ਲਾਈਕ ਜਿਹੜੀ ਓਵਰ ਦਾ ਕਾਊਂਟਰ ਵਾਲੀ ਚੀਜ਼ ਓਵਰ ਦੀ ਕਾਊਂਟਰ ਟਾਈਪ ਚੀਜ਼ ਹੁੰਦੀ ਹੈ ਹਾਂਜੀ ਸੋ ਥੋੜੀਆਂ ਹੀ ਹੁੰਦੀਆਂ ਹਾਂਜੀ ਉਹ ਨਾਲੇ ਉੱਦਾਂ ਵੀ ਜੇ ਤੁਸੀਂ ਕਿਸੇ ਨਾਲ ਗੱਲ ਕਰਨਾ ਚਾਹੁੰਦੇ ਆ ਕੁਛ ਲਾਈਕ ਕੰਸਲਟੇਸ਼ਨ ਲੈਣਾ ਚਾਹੁੰਦੇ ਆ ਪਈ ਪੰਜਾਬੀ ਬੋਲਦੇ ਹੋ ਹਾਂਜੀ ਪੰਜਾਬੀ ਬੋਲਦੇ ਉੱਥੇ ਹਾਂਜੀ ਸਾਡੇ ਮੈਡੀਕਲ ਜਿਹੜੇ ਸਟੂਡੈਂਟ ਆ ਉਹ ਸਾਰੇ ਪੰਜਾਬੀ ਬੋਲਦੇ ਟ੍ਰਾਂਸਲੇਸ਼ਨ ਕਰ ਸਕਦੇ ਸਾਰਾ ਕੁਝ ਤੁਹਾਡੇ ਲਈ ਸੋ ਈਜ਼ੀ ਹੋ ਜੂਗੀ ਗੱਲ ਹਾਂਜੀ ਈਜ਼ੀ ਹੋ ਜੂਗੀ ਹਾਂਜੀ ਸੋ 19 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਜਿਹੜਾ ਦਮਦਮੀ ਟਕਸਾਲ ਵਾਲਾ ਗੁਰਦੁਆਰਾ ਹਾਂਜੀ ਠੀਕ ਹੈ ਜੀ ਤੇ ਆਪਾਂ ਬੱਚਿਆਂ ਦੀ ਗੱਲ ਕਰ ਰਹੇ ਸੀਗੇ SHSS ਮੀਟਿੰਗ ਉਹ ਆ ਰਹੀਆਂ ਨੇ ਹਾਂਜੀ ਸੋ SHSS ਆਪਣਾ ਸਿੱਖ ਆਨਰ ਸਰਵਿਸ ਸੁਸਾਇਟੀ ਇਹ ਆਪਣਾ ਹਾਈ ਸਕੂਲ ਸਟੂਡੈਂਟਸ ਦਾ ਜਿਹੜਾ ਕਲੱਬ ਆ ਆਪਣੇ ਪੂਰੇ ਕੈਲੀਫੋਰਨੀਆ ਦੇ ਵਿੱਚ ਹੁਣ ਸ਼ੁਰੂਆਤ ਹੋ ਗਈ ਹੈ ਕਲੱਬਾਂ ਦੀ ਕਿਉਂਕਿ ਹੁਣ ਸਕੂਲ ਸ਼ੁਰੂ ਹੋ ਗਿਆ ਸੋ ਹਰੇਕ ਮਹੀਨੇ ਦੇ ਵਿੱਚ ਇੱਕ ਵਾਰੀ ਇਕੱਠੇ ਹੋ ਕੇ ਬੱਚੇ ਕੁਛ ਨਾ ਕੁਛ ਉਪਰਾਲਾ ਕਰਦੇ ਆ ਕੁਛ ਸੇਵਾ ਕੁਛ ਲਾਉਂਦੇ ਆ ਕੁਛ ਜਾਂ ਹਾਈਵੇ ਕਲੀਨ ਅਪ ਆ ਜਾਂ ਕੋਈ ਹੋਰ ਕੋਈ ਚੀਜ਼ ਹੋ ਜਾਵੇ ਆਪਣੀ ਹੁਣ ਆਉਣ ਵਾਲਾ ਜਿਹੜਾ ਸੈਟਰਡੇ ਆ ਇੱਥੇ ਆਪਣਾ ਚੇਰੀ ਸਟਰੀਟ 'ਤੇ ਜਿਹੜਾ ਗੁਰਦੁਆਰਾ ਨਾਨਕਸਰ ਗੁਰਦੁਆਰਾ ਸਾਹਿਬ ਉੱਥੇ ਬੱਚਿਆਂ ਨੇ ਲੰਗਰ ਪ੍ਰਿਪੇਅਰ ਕਰਨਾ ਆ ਹਾਂਜੀ ਅਤੇ ਲੰਗਰ ਦੀ ਸੇਵਾ ਕਰਨੀ ਉੱਥੇ ਅਤੇ ਨਾਲ ਦੀ ਨਾਲ ਗੁਰਦੁਆਰਾ ਦਾ ਜਿਹੜਾ ਆਪੋ ਆਪਣੇ ਇਲਾਕੇ 'ਚ ਹਰ ਗੁਰੂ ਘਰ 'ਚ ਕਿੱਥੇ ਨਹੀਂ ਸਿਰਫ ਇਸ ਟਾਈਮ ਇਹ ਫਰੈਸਨੋ ਦੀ ਟੀਮ ਨੇ ਕਰਨਾ ਆ ਕਿਹੜੇ ਗੁਰੂ ਘਰ ਦੇ ਵਿੱਚ ਚੈਰੀ ਸਟਰੀਟ ਗੁਰਦੁਆਰਾ ਹਾਂਜੀ ਸੋ ਨਾਨਕਸਰ ਜਿਹੜਾ ਹਾਂਜੀ ਸੋ ਜੇ ਤੁਹਾਡੇ ਕੋਲ ਕੋਈ ਹਾਈ ਸਕੂਲ ਏਜ ਦਾ ਜਿਹੜਾ ਜੇ ਬੱਚਾ ਜਾਂ ਬੱਚੀ ਹੋਵੇ ਉਹਨਾਂ ਨੂੰ ਤੁਸੀਂ ਜਾ ਕੇ ਸਵੇਰੇ ਉੱਥੇ ਛੱਡ ਦਿਓ 10 ਵਜੇ ਤੇ ਹਾਂਜੀ 10 ਵਜੇ ਉਹ ਫਿਰ ਬੱਚਿਆਂ ਦੇ ਨਾਲ ਮਿਲ ਕੇ ਜਿਹੜਾ ਲੰਗਰ ਦੇ ਵਿੱਚ ਐਗਜ਼ੈਕਟਲੀ ਹਾਂਜੀ ਲੰਗਰ ਵਿੱਚ ਸੇਵਾ ਕਰਨਗੇ ਐਂਡ ਉਹ ਗੁਰਦੁਆਰੇ ਦੀ ਨਾ ਸਫਾਈ ਵੀ ਜਿੰਨੀ ਵੀ ਕਰ ਸਕਦੇ ਹਾਂਜੀ ਸੋ ਇਹ ਚੀਜ਼ ਆ ਹਾਂਜੀ ਠੀਕ ਹੈ ਸੋ ਇਹ ਤਾਂ ਵਧੀਆ ਉਪਰਾਲਾ ਮੈਨੂੰ ਯਾਦ ਆ ਅਸੀਂ ਜਦੋਂ ਯੂਨੀਵਰਸਿਟੀ ਪੜ੍ਹਦੇ ਹੁੰਦੇ ਸੀ ਅਸੀਂ ਵੀ ਪੱਕਾ ਰੱਖਿਆ ਹੁੰਦਾ ਸੀਗਾ ਹਾਂਜੀ ਸਿੱਖ ਸਟੂਡੈਂਟ ਐਸੋਸੀਏਸ਼ਨ ਸਾਡੀ ਸੈਨ ਹੋਜ਼ੇ ਸਟੇਟ ਦੇ ਵਿੱਚ ਸੀਗੇ ਤੇ ਅਸੀਂ ਫਰਾਈਡੇ ਰਾਤ ਨੂੰ ਪੱਕਾ ਰੱਖਿਆ ਸੀਗਾ ਵੀ ਗੁਰਦੁਆਰਾ ਸਾਹਿਬ ਜਾ ਕੇ ਸਾਰਿਆਂ ਨੇ ਮਿਲ ਕੇ ਜਿਹੜੀ ਉਹ ਸੇਵਾ ਜਿਹੜੀ ਉਹ ਕਰਨੀ ਆ ਸੋ ਇੱਕ ਤਾਂ ਤੁਹਾਡੀ ਟੀਮ ਬਣਦੀ ਆ ਗੁਰੂ ਦੇ ਲੜ ਲੱਗਦੇ ਆ ਸੇਵਾ ਕਰਨ ਦਾ ਮੌਕਾ ਮਿਲਦਾ ਸੋ ਇਹ ਆਪਸ਼ਨ ਆ ਅੱਜ ਕੱਲ੍ਹ ਇਹ ਵੀ ਹੈ ਨਾ ਸਿਮਰਨ ਆਈ ਥਿੰਕ ਇਹ ਚੀਜ਼ ਨੂੰ ਰਿਅਲਾਈਜ਼ ਤਾਂ ਕਰਨਾ ਹੀ ਪੈਣਾ ਬਹੁਤ ਸਾਰੇ ਬੱਚੇ ਬਾਕੀਆਂ ਦੇ ਨਾਲ ਨਹੀਂ ਕਰਦੇ ਆਪਣੇ ਹਾਣਦਿਆਂ ਨੂੰ ਦੇਖ ਕੇ ਇਨਸਪਾਇਰ ਹੁੰਦੇ ਆ ਤੇ ਸੋ ਇਟ ਵੀ ਗੁੱਡ ਵਧੀਆ ਚੀਜ਼ ਹੋਊਗੀ ਸੋ ਬੱਚਿਆਂ ਨੂੰ ਇਸ ਪਾਸੇ ਵੱਲ ਨੂੰ ਜਿਹੜਾ ਉਹ ਮੋੜੀਏ ਜੋੜੀਏ ਤੇ ਇੱਕ ਵਧੀਆ ਜਿਹੜੀ ਚੀਜ਼ ਜਿਹੜੀ ਚੱਲ ਰਹੀ ਆ ਇਸ ਮੌਕੇ ਇਮੀਗ੍ਰੇਸ਼ਨ ਨੂੰ ਲੈ ਕੇ ਕਈ ਤਰੀਕੇ ਦੇ ਸਵਾਲ ਆ ਜਾਂ ਕੁਛ ਜਕਾਰਾ ਮੂਵਮੈਂਟ ਵੱਲੋਂ ਕੋਈ ਕੋਸ਼ਿਸ਼ ਹੈਗੀ ਆ ਵੀ ਕੋਈ ਇਹਦੇ 'ਤੇ ਕੋਈ ਸੈਮੀਨਾਰ ਜਾਂ ਕੋਈ ਵਰਕਸ਼ਾਪ ਕੁਛ ਲਗਾਈ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਕਲੈਰਿਟੀ ਹੋਵੇ ਜਿਨ੍ਹਾਂ ਦੇ ਕੋਈ ਕੁਐਸਚਨਸ ਵਗੈਰਾ ਹੈਗੇ ਕੁਛ ਇੱਦਾਂ ਦਾ ਕੋਈ ਗੱਲਬਾਤ ਚੱਲ ਰਹੀ ਆ ਜਾਂ ਤੁਸੀਂ ਪਲਾਨ ਕਰੋਗੇ ਕੁਛ ਇੱਦਾਂ ਦਾ ਹਾਂਜੀ ਗੱਲਬਾਤ ਹੁਣ ਚੱਲ ਰਹੀ ਹੈ ਜ਼ਰੂਰ ਹੁਣ ਜਿੱਦਾਂ ਆਈ ਥਿੰਕ ਲਾਸਟ ਮਹੀਨੇ ਦੇ ਵਿੱਚ ਤੁਸੀਂ ਯਕੀਨ ਨਹੀਂ ਕਰੋਗੇ ਕਿੰਨੇ ਕਿ ਸਾਡੇ ਕੋਲ ਜਿੱਦਾਂ ਫੋਨ ਆਏ ਆ ਅਤੇ ਲਾਈਕ ਆਪਣੇ ਸੈਂਟਰ 'ਚ ਵੀ ਕਿੰਨੇ ਲੋਕੀ ਆਏ ਆ ਵੀ ਇੱਦਾਂ ਸਾਡਾ ਸਟੇਟਸ ਇੱਦਾਂ ਆ ਇੱਦਾਂ ਹੋ ਗਿਆ ਕਿਸੇ ਨੂੰ ਇੱਦਾਂ ਚੱਕ ਕੇ ਲੈ ਗਏ ਅਤੇ ਇਹ ਹੁਣ ਵੈਰੀ ਟ੍ਰਿਕੀ ਸਿਚੁਏਸ਼ਨ ਆ ਕਿਉਂਕਿ ਅਸੀਂ ਜਿੱਦਾਂ ਹੁਣ ਅਸੀਂ ਲੀਗਲ ਇਨਫੋਰਮੇਸ਼ਨ ਦੇ ਬਾਰੇ ਸਾਨੂੰ ਕੋਈ ਜਾਣਕਾਰੀ ਹੈ ਨਹੀਂ ਰਾਈਟ ਨਾ ਅਸੀਂ ਦੇ ਸਕਦੇ ਹਾਂ ਇਲੀਗਲ ਆ ਰਾਈਟ ਅਤੇ ਫਿਰ ਅਸੀਂ ਕੋਸ਼ਿਸ਼ ਕਰ ਰਹੇ ਵੀ ਕੋਈ ਨਾ ਕੋਈ ਇਨਫਰਾਸਟਰਕਚਰ ਕ੍ਰੀਏਟ ਕਰੀਏ ਜਿੱਥੇ ਅਸੀਂ ਇੱਕ ਵਕੀਲ ਨੂੰ ਹਾਇਰ ਕਰਨਾ ਆ ਅਤੇ ਉਸ ਵਕੀਲ ਦੇ ਥਰੂ ਜੇ ਕਿਸੇ ਨੇ ਕੁਛ ਲਾਈਕ ਡਾਇਰੈਕਟ ਗੱਲ ਕਰਨੀ ਹੋਵੇ ਲਾਈਕ ਉਹ ਮਤਲਬ ਫ੍ਰੀ ਚਾਰਜ ਅਸੀਂ ਜਕਾਰੇ ਦੇ ਥਰੂ ਫ੍ਰੀ ਚਾਰਜ ਅਤੇ ਉਹ ਮਤਲਬ ਜਕਾਰਾ ਕਰੂਗਾ ਤੇ ਉਹ ਲੋਕਾਂ ਦੇ ਲਈ ਐਡਵਾਈਸ ਇੱਦਾਂ ਦੀ ਚੀਜ਼ਾਂ ਉਹ ਅਸੀਂ ਹੁਣ ਲਿਆ ਰਹੇ ਹਾਂ ਹਾਲੇ ਤੱਕ ਇਹ ਚੀਜ਼ ਹਾਲੇ ਤੱਕ ਸ਼ੁਰੂ ਨਹੀਂ ਹੋਈ ਆ ਪਰ ਆਈ ਥਿੰਕ ਆਉਣ ਵਾਲੇ ਸਮੇਂ ਦੇ ਵਿੱਚ ਐਟ ਲੀਸਟ ਲਾਈਕ 1 ਕੁਆਰਟਰ ਲੱਗ ਜੂਗਾ ਸੋ ਐਟ ਦ ਐਂਡ ਆਫ ਦਿਸ ਕੁਆਰਟਰ ਮੇਬੀ ਲਾਈਕ ਬਾਈ ਡਿਸੰਬਰ we will hopefully have ਇੱਕ ਵਕੀਲ on our staff that ਅਸੀਂ ਔਨਲਾਈਨ ਜਿੱਦਾਂ ਆਪਣੇ ਇੱਥੇ ਤੁਸੀਂ ਵੀ ਰੱਖਿਆ ਜਿੱਦਾਂ ਐਡਵਾਈਸ ਕਰਦੇ ਸ਼ੋਅ ਤੁਹਾਡਾ ਚੱਲਦਾ ਆ ਭਾਈ ਸਾਹਿਬ ਉਹਨਾਂ ਦੇ ਨਾਲ ਮੈਨੂੰ ਉਹਨਾਂ ਦਾ ਨਾਮ ਹਾਂਜੀ ਨਾ ਉਹ ਇਸ ਟਾਈਪ ਦਾ ਪਰ ਉਹ ਨਾ ਸਾਡੇ ਫਿਜ਼ੀਕਲ ਐਡਰੈਸ ਜਿੱਥੇ ਸਾਡਾ ਸੈਂਟਰ ਹੈ ਇੱਥੇ ਫਰੈਜ਼ਨੋ ਉੱਥੇ ਕਈ ਵਾਰੀ ਲੋਕੀ ਉੱਥੇ ਆ ਜਾਂਦੇ ਆ ਠੀਕ ਹੈ ਮਤਲਬ ਕਈ ਵਾਰੀ ਡਾਇਰੈਕਟਲੀ ਬਹਿ ਕੇ ਗੱਲ ਕਰਨੀ ਹੁੰਦੀ ਕਿਸੇ ਨੇ ਸੋ ਮਤਲਬ ਉਹਦੇ ਲਈ ਅਸੀਂ ਇੱਕ ਜਿੱਦਾਂ ਕੋਸ਼ਿਸ਼ ਕਰਦੇ ਹਾਂਜੀ ਅਤੇ ਬਾਕੀ ਵੀ
ਇੱਕ ਜਿੱਦਾਂ ਹੁਣ ਜੇ ਸਾਡੀ ਕਮਿਊਨਿਟੀ ਨਾਲ ਹੋ ਰਿਹਾ, ਜਿੱਦਾਂ ਹੁਣ ਉਹ ਬੀਬੀ ਹੁਣ ਉੱਥੇ ਡਿਪੋਰਟ ਕਰਤੀ ਸੀ, ਬੀਬੀ ਅਰਜੀਤ ਕੌਰ, ਤੇ ਕਾਫੀ ਆਪਣੇ ਹੁਣ ਆਪਣੇ ਕਮਿਊਨਿਟੀ ਦੇ ਲੋਕ ਰੱਖੇ ਹੋਏ ਆ, ਜਿੱਦਾਂ ਲਾਈਕ ਡਿਟੈਂਸ਼ਨ ਸੈਂਟਰ ਵਿੱਚ ਆਪਣੇ, ਜਿੱਦਾਂ ਹੁਣ ਜਕਾਰਾ ਮੂਵਮੈਂਟ ਜਿਹੜੀ ਇਹ ਗਰੁੱਪ ਆ, ਅਸੀਂ ਜਿਹੜੇ ਹਿਸਪੈਨਿਕ ਕਮਿਊਨਿਟੀ ਆ, ਕਾਫੀ ਸਾਡੇ ਲਾਈਕ ਹੋਰ ਗਰੁੱਪ ਆ ਉਹਨਾਂ ਦੇ ਹਿਸਪੈਨਿਕ ਕਮਿਊਨਿਟੀ ਦੇ, ਜਿਹੜੇ ਨਾ ਅਸੀਂ ਚਿਰਾਂ ਦੇ ਅਸੀਂ ਉਹਨਾਂ ਕੰਮ ਕਰਦੇ ਹਾਂ ਇਕੱਠੇ, ਲਾਈਕ 10 ਸਾਲ ਹੋ ਗਏ ਆ। ਸੋ ਜਦੋਂ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ, ਉਹਨਾਂ ਨੂੰ ਸਾਨੂੰ ਕੋਲ ਇੱਦਾਂ ਹੁੰਦਾ ਭਈ ਸਾਡੇ ਨਾਲ ਤਾਂ ਇੱਦਾਂ ਚਿਰਾਂ ਦਾ ਸਾਡੇ ਨਾਲ ਹੋ ਰਿਹਾ ਸਾਡੇ ਨਾਲ। ਸੋ ਦੇ ਹੈਵ ਗੁੱਡ ਐਡਵਾਈਸ, ਕਈ ਵਾਰੀ ਉਹਨਾਂ ਤੋਂ ਵੀ ਅਸੀਂ ਕੁਛ ਸਿੱਖਣ ਨੂੰ ਮਿਲਦਾ ਆ, ਕਿਉਂਕਿ ਜ਼ਿਆਦਾ ਵੀ ਉਹਨਾਂ ਦੇ ਵੀ ਲੋਕੀ ਵੀ ਕਾਫੀ ਡਿਪੋਰਟ ਹੋ ਰਹੇ ਆ, ਡਿਟੇਨ ਹੋ ਰਹੇ ਆ। ਸੋ ਸ਼ਾਇਦ ਅਸੀਂ ਉਹਨਾਂ ਨਾਲ ਵੀ ਕੋਈ ਜਿੱਦਾਂ ਕੋਈ ਜੁਆਇੰਟ ਵੈਂਚਰ ਕਰਕੇ ਦੇ ਕੇ ਸਿੱਖ ਸਕੀਏ ਕੁਛ ਉਹਨਾਂ ਤੋਂ, ਵੀ ਅਸੀਂ ਵੀ ਕਿੱਦਾਂ ਇਸ ਚੀਜ਼ ਨੂੰ ਨੈਵੀਗੇਟ ਕਰ ਸਕਦੇ, ਬਿਕਾਜ਼ ਇਟਸ ਅ ਵੈਰੀ ਟ੍ਰਿਕੀ ਸਿਚੁਏਸ਼ਨ ਰਾਈਟ ਨਾਓ, ਰਾਈਟ। ਸੋ ਦੇਖਣਾ ਪੈਣਾ ਵੀ ਲੀਗਲੀ ਤੌਰ 'ਤੇ ਅਸੀਂ ਕੀ ਕਰ ਸਕਦੇ, ਕੀ ਨਹੀਂ ਕਰ ਸਕਦੇ। ਜਿੱਦਾਂ ਜਕਾਰਾ ਮੂਵਮੈਂਟ ਇਸ ਅ ਕਮਿਊਨਿਟੀ ਬੈਨੀਫਿਟ ਆਰਗੇਨਾਈਜੇਸ਼ਨ, ਰਾਈਟ। ਸੋ ਆਪਾਂ ਕਮਿਊਨਿਟੀ ਬੈਨੀਫਿਟ ਕਿਵੇਂ ਕਰੀਏ, ਐਂਡ ਯਾ ਦਿਸ ਆਪਣਾ ਹੁਣ ਪੋਲੀਟੀਕਲ ਕਲਾਈਮੇਟ ਇਜ਼ ਕਾਫੀ tricky right now, so we have to be very careful in what we do going forward. ਹਾਂਜੀ ਚਲੋ ਧੰਨਵਾਦ ਸਿਮਰਨ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਅੱਜ ਦਾ ਸਮਾਪਤ ਹੈ। ਸੋ ਮਿਲਾਂਗੇ ਆਪਾਂ ਨੈਕਸਟ ਟਾਈਮ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।